घरेलू हिंसा ਦੀਆਂ ਆਉਂਦੀਆਂ ਇਹ ਜਦੋਂ ਬਾਹਰਲੇ ਮੁਲਕਾਂ 'ਚ ਹੁਣ ਅਸੀਂ ਆ ਗਏ ਹਾਂ, ਕੈਨੇਡਾ ਅਮਰੀਕਾ ਦੇ ਵਿੱਚ ਬੈਠੇ, ਯੂਕੇ ਬੈਠੇ, ਆਸਟ੍ਰੇਲੀਆ ਬੈਠੇ, ਜਦੋਂ ਅਸੀਂ ਇੱਦਾਂ ਦੀਆਂ ਮਾਰਕੁੱਟ ਦੀਆਂ ਵੀਡੀਓ ਬਾਕੀ ਕਿਤੇ ਦਿਖਾ ਦਿੰਦੇ ਹਾਂ ਤਾਂ ਉਦੋਂ ਬੜੀ ਸ਼ਰਮਨਾਕ ਚੀਜ਼ ਇਹ ਲੱਗਦੀ ਹੈ ਵੀ ਇਹਨਾਂ ਮੁਲਕਾਂ 'ਚ ਆਏ ਤਾਂ ਅਸੀਂ ਤਰੱਕੀ ਕਰਨ, ਇਹਨਾਂ ਮੁਲਕਾਂ ਦੇ ਵਿੱਚ ਅਸੀਂ ਸੋਚ ਕੇ ਤਾਂ ਇਹ ਆਏ ਸੀ ਵੀ ਅਸੀਂ ਪਤਾ ਨਹੀਂ ਜ਼ਿੰਦਗੀ ਨੂੰ ਇੱਕ ਐਵੇਂ ਦਾ ਸਮਾਜ ਨੂੰ ਬਣਾ ਦੇਣਾ ਵੀ ਸਾਡੇ ਉੱਥੇ ਇੰਡੀਆ ਬੈਠੇ ਸਾਰੇ ਸਾਨੂੰ ਦੇਖ ਕਿ ਅਸੀਂ ਹੁਣ ਇੱਥੇ ਰਹਿੰਦੇ ਆ ਤਾਂ ਸਾਡੇ ਕੋਲ ਆਟੋਮੈਟਿਕਲੀ ਸੈਂਸ ਹੈਗਾ ਆ ਕਿ ਅਸੀਂ ਹੋਰ ਤਰ੍ਹਾਂ ਬਿਹੇਵ ਕਰਨਾ ਹੈ। ਉਸ ਔਰਤ ਨੇ ਜਦੋਂ ਦੱਸੀ ਆ ਸੁਸਾਈਡ ਕਰਨ ਤੋਂ ਪਹਿਲਾਂ ਉਹਨੇ ਕਿਹਾ ਵੀ ਮੇਰੇ ਕਿਉਂਕਿ ਕੁੜੀਆਂ ਸੀਗੀਆਂ 2, ਮੇਰੇ ਮੁੰਡਾ ਨਹੀਂ ਹੁੰਦਾ ਸੀ ਤੇ ਤਾਂ ਵੀ ਮੇਰੇ ਨਾਲ ਮੇਰਾ ਸਹੁਰਾ ਪਰਿਵਾਰ ਤੇ ਮੇਰਾ ਘਰ ਵਾਲਾ ਲੜਦਾ ਸੀਗਾ ਤੇ ਤਸ਼ੱਦਦ ਕਰਦੇ ਸੀਗੇ। ਐਕਸ ਦਾ ਐਕਸ ਰਲ ਜਾਵੇ ਫੇ ਹੁੰਦੀ ਆ ਕੁੜੀ, ਜੇ ਐਕਸ ਦਾ ਵਾਈ ਰਲ ਜਾਵੇ ਫੇ ਹੁੰਦਾ ਆ ਮੁੰਡਾ। ਸੋ ਕੰਟਰੋਲ ਸਾਰਾ ਹੁੰਦਾ ਮੇਲ ਸਪਰਮ ਵਿੱਚ, ਇਹਦੇ ਵਿੱਚ ਔਰਤ ਦਾ ਕੋਈ ਨਹੀਂ ਹੈਗਾ, ਪਰ ਸਾਰਾ ਬਲੇਮ ਸਾਡੀ ਕਮਿਊਨਿਟੀ ਦਿੰਦੀ ਆ ਕਿ ਇਹ ਮੁੰਡਾ ਨਹੀਂ ਪੈਦਾ ਕੀਤਾ। ਚੀਜ਼ ਹੁੰਦੀ ਹੈ ਵੀ ਕੁੜੀ ਦੇ ਮੁੰਡਾ ਨਹੀਂ ਹੋ ਪਾ ਰਿਹਾ ਤਾਂ ਫਿਰ ਇਹ ਚੀਜ਼ ਕੀ ਸੋਸਾਇਟੀ 'ਚ ਕਿਸੇ ਨੂੰ ਨੌਲੇਜ ਹੀ ਨਹੀਂ ਹੈ ਇਸ ਚੀਜ਼ ਦੀ ਵੀ ਜਿਹੜਾ ਕੁੜੀਆਂ ਨੂੰ ਹੀ ਇਸ ਚੀਜ਼ ਦੇ ਤਾਨੇ ਵੱਜਦੇ ਰਹਿੰਦੇ ਆ ਵੀ ਤੇਰੇ ਮੁੰਡਾ ਨਹੀਂ ਹੋਇਆ ਤੇ ਤੂੰ ਤਾਂ ਬਸ ਖਤਮ ਹੈ, ਤੇਰੀ ਜਗ੍ਹਾ ਤੇ ਕੋਈ ਹੋਰ ਆ ਜਾਣੀ ਚਾਹੀਦੀ ਹੈ, ਜਾਂ ਫਿਰ ਬਾਹਰ ਅਫੇਅਰ ਚੱਲਣੇ ਸ਼ੁਰੂ ਹੋ ਜਾਂਦੇ, ਜਾਂ ਸਾਰੀ ਉਮਰ ਮੁੰਡੇ ਦੇ ਤਾਨੇ ਸੁਣ ਸੁਣ ਕੇ ਕੁੜੀ ਆਪਣੀ ਜ਼ਿੰਦਗੀ ਵਿਚਾਰੀ ਕੱਢ ਦਿੰਦੀ ਰੋ ਰੋ ਕੇ। ਡਾਕਟਰ ਗੁਰਮ ਉਹ ਕਹਿੰਦਾ ਸੀਗਾ ਉਹਦੇ ਮਾਂ ਪਿਓ ਨਾਲ ਅਸੀਂ ਫੋਨ ਕਰਦੇ ਜਾਂ ਹਾਂ ਸਾਡੇ ਨਾਲ ਸਾਡਾ ਬੋਲ ਚਾਲ ਨਹੀਂ ਸੀ ਉਹਨਾਂ ਨਾਲ, ਸਾਡੇ ਬੋਲ ਚਾਲ ਨਹੀਂ ਸੀ ਦੋਨਾਂ ਪਰਿਵਾਰਾਂ। ਜੇ ਇਹਦੇ 'ਚ ਵੀ ਹੋ ਸਕਦਾ ਆ ਕਿ ਉਹ ਸਿਚੁਏਸ਼ਨ ਬਣਾ ਦਿੰਦੇ ਆ ਜਦੋਂ ਪਾਵਰ ਐਂਡ ਕੰਟਰੋਲ ਚਾਹੀਦਾ ਕਿ ਬੰਦੇ ਨੂੰ ਆਈਸੋਲੇਟ ਕਰਨਾ ਕਿ ਕੋਈ ਫਰੈਂਡਸ ਜਾਂ ਫੈਮਿਲੀ ਵੀ ਤੂੰ ਕਿਸੇ ਨੂੰ ਮਿਲੇ ਨਾ ਕਿ ਇਹ ਕਿਸੇ ਨੂੰ ਦੱਸ ਨਾ ਸਕੇ। ਵੀ ਤੁਸੀਂ ਖੁਦ ਸਾਡੇ ਘਰਾਂ 'ਚੋਂ ਵੀ ਆਵਾਜ਼ਾਂ ਆਉਂਦੀਆਂ ਸੁਣਦੀਆਂ ਹੋਣਗੀਆਂ ਮਾਰ ਕੁਟਾਈ ਦੀਆਂ, ਰੌਲੇ ਰੱਪੇ ਦੀਆਂ, ਤਾਂ ਸੁਸਾਇਟੀ ਬਿਲੀਵ ਕਿਉਂ ਨਹੀਂ ਕਰਦੀ ਇੱਕ ਔਰਤ ਦੇ ਉੱਤੇ? ਕਿਉਂ ਇਹ ਚੀਜ਼ ਕਹੀ ਜਾਂਦੀ ਹੈ ਵੀ ਇਹਨੂੰ ਘਰ ਦਾ ਮਸਲਾ ਤੇ ਘਰ ਦੇ ਵਿੱਚ ਹੀ ਨਿਪਟਾਓ, ਤੇ ਘਰ 'ਚ ਤਾਂ ਨਿਪਟਣ ਦੇ ਹਾਲਾਤ ਅਸੀਂ ਦੇਖ ਹੀ ਲਏ ਕੀ ਸੀਗੇ। ਹਿੰਸਾ ਨੂੰ ਆਪਣੇ ਉੱਤੇ ਇਸ ਤਸ਼ੱਦਦ ਨੂੰ ਬਰਦਾਸ਼ਤ ਕੀਤੀ ਜਾਂਦੇ ਆ, ਪਰ ਅਸੀਂ ਉਹਨੂੰ ਕਿਸੇ ਨਾਲ ਸ਼ੇਅਰ ਕਰਕੇ ਉਹਦਾ ਕੋਈ ਹੱਲ ਲੱਭਣ ਵਾਲੇ ਪਾਸੇ ਨਹੀਂ ਜਾਂਦੇ। ਔਰ ਹੱਲ ਸਭ ਤੋਂ ਸਿੰਪਲ ਕਾਹਦੇ ਨਹੀਂ ਕੀਤੀ, ਪਰ ਜਦੋਂ ਉਹ ਬੰਦਾ ਇੰਨਾ ਇਮੋਸ਼ਨਲੀ ਅਬਿਊਜ਼ਡ ਹੋਵੇ, ਜਦੋਂ ਫਿਜ਼ੀਕਲੀ ਅਬਿਊਜ਼ ਹੁੰਦਾ ਇਮੋਸ਼ਨਲੀ ਜ਼ਰੂਰ ਨਾਲ ਹੁੰਦਾ ਆ, ਉਹਨੂੰ ਹੁੰਦਾ ਆ ਕਿ ਸਾਰਾ ਕੁਛ ਮੇਰਾ ਹੀ ਫਾਲਟ ਆ, ਮੈਂ ਹੀ ਨਹੀਂ ਠੀਕ ਕਰ ਸਕੀ। ਜਿੱਦਾਂ ਉਹ ਕਹਿੰਦੀ ਸੀ ਮੈਂ ਬਹੁਤ ਕੋਸ਼ਿਸ਼ ਕੀਤੀ ਆ ਠੀਕ ਕਰਨ ਦੀ, ਚੀਜ਼ਾਂ ਠੀਕ ਹੋ ਮੈਂ ਜੀਂਦੀ ਆ, ਮੈਂ ਬਾਹਰ ਨਹੀਂ ਗੱਲ ਕਰਨੀ। ਸੋ ਹੁਣ ਉਹ ਨਹੀਂ ਹੈਗੀ ਤਾਂ ਗੱਲ ਬਾਹਰ ਆਈ ਆ। ਸੋ ਇਹ ਵੀ ਆਪਾਂ ਪਹਿਲੇ ਦਿਨ ਤੋਂ ਹੀ ਕੁੜੀਆਂ ਨੂੰ ਦੱਸਿਆ ਹੁੰਦਾ ਆ ਕਿ ਉਹੀ ਤੁਹਾਡੇ ਘਰ ਦੇ ਆ, ਹੁਣ ਅਸੀਂ ਤੁਹਾਨੂੰ ਤੋਰਤਾ ਆ ਤਾਂ ਜਿੱਦਾਂ ਉਹ ਕਹੋਗੇ ਤੁਸੀਂ ਕਰਨੀ ਆ। ਦੇ ਆ ਕਿ ਹੁਣ ਪੁਲਿਸ ਨੂੰ ਕਾਹਤੇ ਨਹੀਂ ਫੋਨ ਕੀਤਾ, ਰਾਈਟ? ਇਹ ਨਹੀਂ ਕਿ ਔਰਤ ਆ ਜਾਂ ਸੀਨੀਅਰ ਜਾਂ ਨਿਆਣਾ ਆ, ਸਾਰੇ ਡਰਦੇ ਆ ਫੋਨ ਕਰਨ ਨੂੰ। ਮਦਦ ਮੇ ਬੀ 20% ਤੋਂ ਘੱਟ ਲੋਕ ਆ ਜਿਹੜੇ ਪੁਲਿਸ ਨੂੰ ਰਿਪੋਰਟ ਕਰਦੇ ਆ। ਸੋ ਸਾਰੇ ਸਮਝਦੇ ਆ ਕਿ ਇਹ ਸਾਡੇ ਘਰ ਦਾ ਮਾਮਲਾ ਆ, ਇਹ ਬਾਹਰ ਨਹੀਂ ਨਿਕਲਣਾ ਚਾਹੀਦਾ, ਤਾਂ ਉਹੀ ਕਿਹਾ ਜਾਂਦਾ ਆ ਕੁੜੀਆਂ ਨੂੰ ਜਦੋਂ ਉਹਨਾਂ ਦਾ ਵਿਆਹ ਕਰ ਦਿੰਦੇ ਆ ਕਿ ਇਹ ਤੁਹਾਡਾ ਘਰ ਆ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਹਾਲ ਹੀ ਦੇ ਦਿਨਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਇਸ਼ੂਜ਼ ਦੇ ਉੱਤੇ ਅਸੀਂ ਗੱਲਬਾਤ ਲਗਾਤਾਰ ਕਰ ਰਹੇ ਹਾਂ। ਗੱਲ ਕਰਾਂਗੇ ਬਹੁਤ ਹੀ ਸੰਗੀਨ ਮਾਮਲੇ ਦੀ। ਤੁਹਾਡੇ ਸਾਰਿਆਂ ਤੱਕ ਪਿਛਲੇ ਇੱਕ ਹਫ਼ਤੇ ਤੋਂ ਇਹ ਮਾਮਲਾ ਪਹੁੰਚ ਗਿਆ ਹੋਣਾ ਹੈ। ਤੁਹਾਡੇ ਫੋਨਾਂ ਦੇ ਉੱਤੇ, ਤੁਹਾਡੇ ਟੀਵੀ ਦੇ ਉੱਤੇ ਵੀਡੀਓਜ਼ ਜਿਹੜੀਆਂ ਬਹੁਤ ਸਾਰੀਆਂ ਪਹੁੰਚੀਆਂ ਹੋਣੀਆਂ। ਅਮਰੀਕਾ ਦੇ ਵਿੱਚ ਇੱਕ ਕੁੜੀ ਖੁਦਕੁਸ਼ੀ ਕਰਦੀ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਬਣਾਈ। ਵੀਡੀਓ ਜਦੋਂ ਬਣਾਈ, ਵੀਡੀਓ ਵਾਇਰਲ ਹੋਈ ਤਾਂ ਬਹੁਤ ਸਾਰੀਆਂ ਚੀਜ਼ਾਂ ਉਸ 'ਚ ਪਤਾ ਲੱਗੀਆਂ। ਉਸ ਕੁੜੀ ਨੇ ਬਹੁਤ ਸਾਰੇ ਇਲਜ਼ਾਮ ਲਗਾਏ ਆਪਣੇ ਘਰ ਵਾਲੇ ਦੇ ਉੱਤੇ, ਆਪਣੇ ਸਹੁਰੇ ਪਰਿਵਾਰ ਦੇ ਉੱਤੇ। ਇਸ ਕਦਰ ਜ਼ਿੰਦਗੀ ਤੋਂ ਪਰੇਸ਼ਾਨ ਹੋ ਗਈ ਸੀ। ਘਰੇਲੂ ਹਿੰਸਾ ਇਸ ਤਰੀਕੇ ਨਾਲ ਉਹਦੇ ਉੱਤੇ ਹੋ ਰਹੀ ਸੀਗੀ ਕਿ ਘਰੇਲੂ ਹਿੰਸਾ ਹੀ ਉਸ ਕੁੜੀ ਨੂੰ ਲੈ ਡੁੱਬੀ ਤੇ ਉਸਨੇ ਆਖਿਰਕਾਰ ਇਹਦਾ ਹੱਲ ਜਿਹੜਾ ਲੱਭਿਆ ਸੁਸਾਈਡ, ਖੁਦਕੁਸ਼ੀ ਕਰ ਲਈ ਉਸਨੇ। ਇੰਨੇ ਸਾਰੇ ਰੀਜ਼ਨ, ਇੰਨੇ ਸਾਰੇ ਬਲੇਮ, ਔਰ ਪਿਛਲੇ ਕਾਫੀ ਸਮੇਂ ਤੋਂ ਇਹ ਤਸ਼ੱਦਦ ਉਹ ਸਹਿ ਰਹੀ ਸੀ, ਜਿਵੇਂ ਕਿ ਉਸ ਕੁੜੀ ਨੇ ਦੱਸਿਆ ਸੁਸਾਈਡ ਕਰਨ ਵਾਲੀ ਨੇ। ਤੇ ਇੰਨੇ ਲੰਬੇ ਸਮੇਂ ਦੀ ਤਸ਼ੱਦਦ ਸਹਿ ਕੇ ਉਹਦਾ ਹੱਲ ਉਸਨੇ ਲੱਭ ਲਿਆ ਸੁਸਾਈਡ ਕਰਨਾ। ਇਹ ਸਹੀ ਫੈਸਲਾ ਨਹੀਂ ਸੀਗਾ।
पर उसने अपनी ज़िंदगी तबाह करनी ही ज़रूरी समझी। शायद उन्होंने कोई रस्ता ही दिखाई नहीं दिता। किस दे उत्ते ब्लेम लगावे कि सिर्फ पति जिम्मेवार है कि सिर्फ सੱਸ सहुरा जिम्मेवार है, उस कुड़ी दे घर वाले अपने जिहड़े उहदे ने पेके कि वो जिम्मेवार ने या फिर कोई होर। ये जिहड़ा कोई होर है ना, ਇਹਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ कि होर कौन कौन जिम्मेवार ने। साढ़े सारिਆਂ ਦੇ ਘਰਾਂ ਦੇ ਵਿੱਚ ਧੀਆਂ, ਅਸੀਂ ਜਦੋਂ ਉਹਨਾਂ ਨੂੰ हर पेरेंट्स अपनी ਧੀ ਨੂੰ ਪਾਲਦੇ ਨੇ, ਪੋਸਦੇ ਨੇ, ਵਿਆਹ ਕੇ ਦੂਜੇ ਘਰ ਭੇਜਦੇ ਨੇ ਤਾਂ ਬੜੇ ਸਾਰੇ ਸੁਪਨਿਆਂ ਦੇ ਨਾਲ ਭੇਜਦੇ ਨੇ। ਸਭ ਤੋਂ ਪਹਿਲੀ ਉਹਨਾਂ ਨੂੰ ਚਿੰਤਾ ਸਤਾ ਰਹੀ ਹੁੰਦੀ ਹੈ ਕਿ ਕੀ ਸਾਡੀ ਧੀ ਖੁਸ਼ ਰਹੇਗੀ, ਕਿ ਉਹਦੇ ਨਾਲ ਕੁਝ ਮਾੜਾ ਤਾਂ ਨਹੀਂ ਹੋ ਜਾਏਗਾ। ਤੇ ਉਹ ਚੀਜ਼ਾਂ, ਉਹ ਡਰ ਦੇ ਨਾਲ ਨਾਲ ਨਾ ਇੱਕ ਚੀਜ਼ਾਂ ਹੋਰ ਹੁੰਦੀਆਂ ਸਾਡੀ ਸੁਸਾਇਟੀ ਦੇ ਵਿੱਚ, ਸਾਡੇ ਘਰਾਂ 'ਚ ਜਿਹੜੀਆਂ ਸਿਖਾਈਆਂ ਜਾਂਦੀਆਂ ਨੇ, ਉਹ ਇਹ ਹੁੰਦੀਆਂ ਕਿ ਹੁਣ ਇੱਥੋਂ ਤੇਰਾ ਪੈਰ ਬਾਹਰ ਨਿਕਲ ਗਿਆ ਤਾਂ ਤੇਰਾ ਘਰ ਉਹੀ ਹੈ ਜਿੱਥੇ ਹੁਣ ਤੂੰ ਚੱਲੀ ਆ। ਵੈਰੀ ਗੁੱਡ, ਉਹ ਸਹੀ ਹੈ, ਹੋਣਾ ਵੀ ਚਾਹੀਦਾ। ਕੁੜੀ ਦਾ ਆਪਣੇ ਘਰ ਦੇ ਵਿੱਚ ਧਿਆਨ ਲੱਗਣਾ ਚਾਹੀਦਾ, ਮਨ ਲੱਗਣਾ ਚਾਹੀਦਾ। ਉਹ ਆਪਣੇ ਘਰ ਨੂੰ ਸਮਝੇ, ਪ੍ਰੋਪਰ ਉਹਨੂੰ ਜ਼ਿੰਮੇਵਾਰੀ ਦੇ ਤੌਰ ਦੇ ਉੱਤੇ ਬਹੁਤ ਸੋਹਣਾ ਖੂਬਸੂਰਤੀ ਨਾਲ ਆਪਣੇ ਘਰ ਨੂੰ ਬਣਾਏ, ਆਪਣੇ ਬੱਚਿਆਂ ਨੂੰ ਦੇਖੇ, ਆਪਣੇ ਪਤੀ ਨੂੰ ਦੇਖੇ। ਇਹ ਚੀਜ਼ਾਂ ਤਾਂ ਚੰਗੀਆਂ ਨੇ, ਪਰ ਇਹ ਕਹਿ ਦੇਣਾ ਕਿ ਹੁਣ ਤੇਰੇ ਸੁੱਖ ਦੁੱਖ ਜਿਹੜੇ ਨੇ ਉਹ ਸਾਰੇ ਉੱਥੇ ਹੀ ਹੋਣੇ ਚਾਹੀਦੇ ਨੇ। ਠੀਕ ਹੈ, ਤੈਨੂੰ ਅਸੀਂ ਵਿਆਹ ਦਿੱਤਾ, ਸਾਡੀ ਜ਼ਿੰਮੇਵਾਰੀ ਤਾਂ ਖਤਮ ਹੈ, ਹੁਣ ਤੇਰਾ ਜੋ ਮਰਜ਼ੀ ਹੈ ਉਹੀ ਸਾਰਾ ਦੇਖਣਾ। ਤੇ ਇੱਕ ਕਈ ਥਾਵਾਂ ਦੇ ਉੱਤੇ, ਕਈ ਸੂਬਿਆਂ ਦੇ ਵਿੱਚ ਕਈ ਮੈਂਟੈਲਿਟੀ ਲੋਕਾਂ ਦੀ ਇੱਦਾਂ ਦੀ ਵੀ ਰਹਿੰਦੀ ਹੈ ਵੀ ਘਰੋਂ ਜਿਹੜੀ ਹੈ ਉਹ ਕੁੜੀ ਦੀ ਡੋਲੀ ਤੁਰਦੀ ਹੈ ਪੇਕਿਆਂ ਦੇ ਘਰੋਂ, ਤੇ ਸਹੁਰੇ ਪਰਿਵਾਰ ਦੇ ਘਰੋਂ ਕੁੜੀ ਉਦੋਂ ਨਿਕਲਣੀ ਚਾਹੀਦੀ ਬਸ ਉਹਦੀ ਲਾਸ਼ ਜਿਹੜੀ ਹੈ ਉਦੋਂ ਨਿਕਲੇ ਸਹੁਰੇ ਘਰੋਂ। ਮਤਲਬ ਇਹ ਇੱਕ ਬੇਸ਼ੱਕ ਇਹਦਾ ਬਹੁਤ ਪੁਰਾਣੇ ਸਮੇਂ ਦੇ ਵਿੱਚ ਤਾਂ ਇਹਦੇ ਵਰਡਿੰਗ ਦੇ ਮਾਇਨੇ ਕੁਝ ਹੋਰ ਸੀ, ਪਰ ਅੱਜ ਦੇ ਮਾਇਨੇ ਜਿਹੜੇ ਨੇ ਨਾ, ਜਾਂ ਇਹ ਰੀਤੀ ਰਿਵਾਜ ਜਿਹੜੇ ਚੱਲਦੇ ਆ ਰਹੇ ਨੇ, ਮਾਈਂਡ ਸੈੱਟ ਜਿਹੜਾ ਬਣਿਆ ਹੋਇਆ ਹੈ, ਇਹ ਕਿਤੇ ਨਾ ਕਿਤੇ ਲੋਕਾਂ ਨੂੰ ਕਿਸੇ ਵੀ ਪਲੇਟਫਾਰਮ 'ਤੇ ਗੱਲ ਨਹੀਂ ਕਰਨ ਦਿੰਦੇ। ਸੁਸਾਇਟੀ ਦੇ ਤਾਨੇ, ਘਰਦਿਆਂ ਦੇ ਤਾਨੇ, ਪਤੀ ਦੀ ਮਾਰਕੁੱਟ, ਸੱਸ ਸਹੁਰੇ ਦੀ ਤਸ਼ੱਦਦ ਇਹ ਹੁੰਦੀ ਹੈ। ਪਰ ਇਹ ਮਾਮਲਾ ਇਸ ਵੇਲੇ ਸਾਹਮਣੇ ਆਇਆ ਤਾਂ ਅਸੀਂ ਅੱਜ ਇਹਦੇ 'ਤੇ ਗੱਲ ਕਰ ਰਹੇ ਹਾਂ। ਹਾਲਾਂਕਿ ਹਜ਼ਾਰਾਂ ਲੱਖਾਂ ਮਾਮਲੇ ਅਜਿਹੇ ਨੇ ਜਿਨ੍ਹਾਂ ਵਿੱਚ ਸਿਰਫ ਇਹ ਨਹੀਂ ਕਿ ਫੀਮੇਲ ਨਾਲ ਹੀ ਘਰੇਲੂ ਹਿੰਸਾ ਹੁੰਦੀ ਹੈ, ਇਹਦੇ ਵਿੱਚ ਪੂਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਲ ਘਰੇਲੂ ਹਿੰਸਾ ਹੋ ਸਕਦੀ ਹੈ ਜਾਂ ਹੁੰਦੀ ਆ ਰਹੀ ਹੈ। ਇਹਦੇ ਵਿੱਚ ਮਰਦ ਵੀ ਸ਼ਾਮਿਲ ਨੇ, ਮਰਦਾਂ ਨਾਲ ਵੀ ਘਰੇਲੂ ਹਿੰਸਾ ਹੁੰਦੀ ਹੈ, ਪਰ ਉਹ ਸਾਹਮਣੇ ਘੱਟ ਆਉਂਦੇ ਨੇ ਮਾਮਲੇ, ਪਰ ਫੀਮੇਲ ਨਾਲ ਰਿਲੇਟਿਡ ਮਾਮਲੇ ਜ਼ਿਆਦਾ ਸਾਹਮਣੇ ਆਉਂਦੇ ਨੇ। ਹਾਲ ਹੀ ਦੇ ਕੜੀ ਦੇ ਵਿੱਚ ਅਮਰੀਕਾ ਦਾ ਇਹ ਮਾਮਲਾ ਸਾਹਮਣੇ ਆਇਆ ਤੇ ਇਹਦੇ 'ਤੇ ਗੱਲ ਕਰਨੀ ਤਾਂ ਬਣਦੀ ਹੈ ਹਰ ਪਲੇਟਫਾਰਮ ਦੇ ਉੱਤੇ, ਕਿਉਂਕਿ ਇਹਦੇ 'ਚ ਤਬਦੀਲੀ ਦੀ ਲੋੜ ਹੈ। ਇਸ ਸੋਚ ਦੇ, ਕਿਸੇ ਦੀ ਜ਼ਿੰਦਗੀ ਇਸ ਚੀਜ਼ ਕਰਕੇ ਚਲੇ ਜਾਣਾ, ਘਰੇਲੂ ਹਿੰਸਾ ਦਾ ਸ਼ਿਕਾਰ ਹੋ ਕੇ ਕੋਈ ਆਪਣੀ ਜ਼ਿੰਦਗੀ ਤਬਾਹ ਕਰ ਲੈਂਦਾ, ਸੁਸਾਈਡ ਕਰ ਲੈਂਦਾ, ਇਹ ਬਹੁਤ ਗਲਤ ਲਾਨਤ ਹੈ ਸਾਡੀ ਸੁਸਾਇਟੀ ਦੇ ਵਿੱਚ, ਜਿਹਦੇ ਉੱਤੇ ਹਰ ਪਲੇਟਫਾਰਮ 'ਤੇ ਜੇ ਗੱਲ ਕਰਾਂਗੇ ਤਾਂ ਸ਼ਾਇਦ ਅਵੇਅਰਨੈਸ ਆ ਸਕੇ। ਇੱਕ ਵਾਰੀ ਅਸੀਂ ਉਸ ਕੁੜੀ ਦੀ ਤੁਹਾਨੂੰ ਸੁਣਾ ਦਿੰਦੇ ਹਾਂ ਉਹ ਵਾਲਾ ਬਿਆਨ ਜਿਹੜਾ ਉਸਨੇ ਸੁਸਾਈਡ ਕਰਨ ਤੋਂ ਪਹਿਲਾਂ ਸਾਰੇ ਕਿਤੇ ਹਰ ਪਲੇਟਫਾਰਮ ਦੇ ਉੱਤੇ ਪਹੁੰਚਾਇਆ। ਮੈਂ ਰੀਅਲ ਚ ਬਹੁਤ ਦੁਖੀ ਹਾਂ। 8 ਸਾਲਾਂ ਤੋਂ ਮੈਂ ਇਹਨੂੰ, ਇਹਦੀ ਕੁੱਟ ਨੂੰ, ਸਾਰਾ ਕੁਝ ਬਰਦਾਸ਼ਤ ਕਰਨ ਲਈ ਸੀ ਕਿ ਚੱਲ ਕੋਈ ਨਹੀਂ, ਇੱਕ ਦਿਨ ਸੁਧਰ ਜਾਊਗਾ, ਇੱਕ ਦਿਨ ਸੁਧਰ ਜਾਊਗਾ। ਇੱਥੇ ਆ ਕੇ ਮੈਨੂੰ ਰੋਜ਼ ਮਾਰਨਾ, ਸ਼ਰਾਬ ਪੀ ਕੇ ਜਾਂ ਬਿਨਾਂ ਪੀਤੇ ਮਾਰਨਾ, ਉੱਪਰੋਂ ਦੂਜੀ ਜਨਾਨੀ ਦੇ ਨਾਲ ਰਹਿਣਾ। ਮੈਨੂੰ 5 ਦਿਨ ਨੇ ਟਰੱਕ ਦੇ ਵਿੱਚ ਕਿਡਨੈਪ ਰੱਖਿਆ, ਮੈਨੂੰ ਬਹੁਤ ਮਾਰਿਆ। ਮੈਂ ਸਾਰਾ ਕੁਝ ਸਹੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਸੱਸ ਤੇ ਸਹੁਰਾ ਕੁਝ ਵੀ ਠੀਕ ਨਹੀਂ ਹੋਣ ਦਿੰਦੇ। ਪਰ ਸਾਰਿਆਂ ਨੂੰ ਰੱਬ ਦੇਖੂਗਾ, ਕਿਉਂਕਿ ਮੈਨੂੰ ਮਰਨ ਤੇ ਮਜਬੂਰ ਕਰ ਦਿੱਤਾ ਤੁਸੀਂ ਸਾਰਿਆਂ ਨੇ ਮਿਲ ਕੇ। ਆਪਾਂ ਹੀ ਗਲਤ ਆ ਡੈਡੀ, ਮੈਂ ਹੀ ਗਲਤ ਆ। ਆਏ ਡੈਡੀ ਨੂੰ ਉਂਗਲਾਂ ਲਾਉਂਦੀ ਰਹਿੰਦੀ, ਇਹਦੇ ਆ ਹੋ ਗਿਆ ਪਿੱਛੇ, ਇਹਦੇ ਘਰ ਉਹ ਏਦਾਂ ਬੈਠੀ ਹੋਈ ਆ 24 ਆਵਰ। ਐਂਡ ਚ ਮੇਰੇ ਕੋਲ ਬਸ ਇਹੀ ਬਚਿਆ, ਮੇਰੀ ਮਰਨ ਦੀ, ਮੇਰੀ ਮੌਤ ਦੀ ਵਜ੍ਹਾ ਮੇਰਾ ਘਰ ਵਾਲਾ, ਮੇਰੀ ਸੱਸ ਸਹੁਰਾ ਆ, ਕਿਉਂਕਿ ਇਹਨਾਂ ਨੇ ਮੈਨੂੰ ਜੀਣ ਹੀ ਨਹੀਂ ਦਿੱਤਾ। ਸੋ ਤੁਸੀਂ ਸੁਣ ਲਿਆ ਬਿਆਨ, ਕੀ ਇਲਜ਼ਾਮ ਲਗਾਏ ਨੇ ਇਸ ਕੁੜੀ ਨੇ ਤੇ ਉਸ ਤੋਂ ਬਾਅਦ ਇਹਨੇ ਸੁਸਾਈਡ ਕਰ ਲਿੱਤੀ। ਇਸ ਮਾਮਲੇ ਨੇ ਹਿਲਾ ਦਿੱਤਾ ਹੈ ਸਾਰਿਆਂ ਨੂੰ। ਅੱਜ ਸਾਰੇ ਮਸ਼ਾਲਾਂ ਲੈ ਕੇ ਜਦੋਂ ਉਤਰੇ ਨੇ, ਅੱਜ ਸਾਰੇ ਇਹਦੇ ਲਈ ਇਨਸਾਫ ਮੰਗ ਰਹੇ ਨੇ, ਪੀੜਤ ਕੁੜੀ ਲਈ ਇਨਸਾਫ ਮੰਗਿਆ ਜਾ ਰਿਹਾ ਹੈ। ਪਰ ਇਹ ਮਸ਼ਾਲਾਂ ਆਪਾਂ ਉਦੋਂ ਲੈ ਕੇ ਨਿਕਲਦੇ ਹਾਂ ਨਾ ਜਦੋਂ ਕੋਈ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ, ਜਦੋਂ ਜ਼ਿੰਦਗੀ ਤਬਾਹ ਕਰ ਲੈਂਦਾ। ਬਾਕੀ ਦੇ ਨੇ ਆਪਣੀਆਂ ਵੀ ਮਸ਼ਾਲਾਂ ਬੁਝੀਆਂ ਰਹਿੰਦੀਆਂ ਨੇ, ਆਪਾਂ ਵੀ ਇਹਨਾਂ ਦੇ ਉੱਤੇ ਗੱਲ ਨਹੀਂ ਕਰਦੇ, ਜਦਕਿ ਇਹ ਬਹੁਤ ਵੱਡੀ ਲਾਹਨਤ ਹੈ ਸਾਡੀ ਸਿਸਟਮ ਦੇ ਵਿੱਚ ਵੜੀ ਹੋਈ ਹੈ, ਸਾਡੀ ਸੁਸਾਇਟੀ ਨੂੰ ਚਿੰਬੜੀ ਹੋਈ ਹੈ, ਸਾਡੇ ਕਲਚਰ ਨੂੰ ਚਿੰਬੜੀ ਹੋਈ ਹੈ, ਜਿਹਦੇ 'ਤੇ ਹਰ ਦਿਨ ਹਰ ਵਕਤ ਗੱਲ ਕਰਨੀ ਬਣਦੀ ਹੈ ਤੇ ਜਿਹਦੇ ਲਈ
ਸਾਨੂੰ ਕੋਈ ਨਾ ਕੋਈ ਉਪਾਅ ਵੀ ਲੱਭਣੇ ਚਾਹੀਦੇ ਨੇ। ਹੁਣ ਜਦੋਂ ਇਸ ਕੁੜੀ ਨੇ ਸੁਸਾਈਡ ਕਰਨ ਤੋਂ ਪਹਿਲਾਂ ਬਹੁਤ ਤਰ੍ਹਾਂ ਦੇ ਇਲਜ਼ਾਮ ਲਗਾਏ ਤਾਂ ਉਸ ਤੋਂ ਬਾਅਦ ਉਹਦੇ ਘਰ ਵਾਲੇ ਤੱਕ ਪਹੁੰਚ ਕੀਤੀ ਗਈ ਹੈ। ਚੈਨਲ ਪੰਜਾਬੀ ਦੀ ਗਲੋਬਲ ਪੰਜਾਬ ਦੀ ਟੀਮ ਜਿਹੜੀ ਆ ਉਹਨਾਂ ਨੇ ਇੰਟਰਵਿਊ ਕੀਤੀ ਉਹਦੇ ਘਰ ਵਾਲੇ ਦੀ, ਤਾਂ ਉਹਦੇ ਘਰ ਵਾਲੇ ਦੀ ਜਿਹੜੀ ਵਰਡਿੰਗ ਸੀਗੀ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਇੱਕ ਵਾਰੀ ਸੁਣਾ ਦਿੰਦੇ ਹਾਂ ਵੀ ਉਹ ਇਹਨਾਂ ਮਾਮਲਿਆਂ ਦੇ ਉੱਤੇ ਆਪਣੀ ਸਫਾਈ ਦੇ ਵਿੱਚ ਕੀ ਕੁਝ ਕਹਿ ਰਿਹਾ। ਜਿਹੜੀ ਡੈਥ ਹੋਈ ਆ ਉਹ ਕਦੀ ਪੂਰਤ ਨਹੀਂ ਹੋਣੀ। ਮੇਰੇ ਬੱਚਿਆਂ ਦੀ ਮਾਂ ਆ, ਅਸੀਂ ਵਧੀਆ ਰਹਿੰਦੇ ਸੀਗੇ ਅਸੀਂ, ਪਰ ਉਹਦੇ ਵਿੱਚ ਕੁਝ ਪ੍ਰੋਬਲਮ ਸੀਗੀਆਂ। ਉਹ ਵੀਡੀਓ ਪਲੱਸ ਸੁਸਾਈਡ, ਵੀਡੀਓ ਹੋਈ ਯਾਨੀ ਕਿ ਕੁੱਟਮਾਰ ਹੋਈ, ਸੁਸਾਈਡ ਹੋ ਗਿਆ, ਇੱਦਾਂ ਕੁਝ ਨਹੀਂ ਹੈਗਾ। ਇਹਦੇ ਪੇਰੈਂਟਸ ਮੈਨੂੰ ਫੋਨ ਨਹੀਂ ਸੀ ਕਰਦੇ, ਨਾ ਇਹ ਮੇਰੀ ਵਾਈਫ ਕਰਦੀ ਸੀਗੀ। ਬਹੁਤ ਲੌਂਗ ਟਾਈਮ ਸਟੋਰੀ ਹੈਗੀ ਆ, ਉਹ ਨਹੀਂ ਕਰਦੇ ਆਪਸ 'ਚ ਗੱਲ। ਅਤੇ ਉਹ ਜਿਹੜੀ ਵੀਡੀਓ ਅੱਜ ਦੇਖ ਰਹੇ ਆ ਸਾਰੇ ਜਾਣੇ, ਉਹ ਕੋਰਟ ਦੇ ਵਿੱਚ ਆਲਰੇਡੀ ਹੈਗੇ ਆ। ਉਹ ਕੋਰਟ ਨੇ ਉਹਨੂੰ ਡਿਸਫਿਊਜ਼ ਕੀਤਾ ਹੋਇਆ। ਮੈਨੂੰ ਹੁਣ ਆ ਜਿੱਦਾਂ ਦਾ ਰੌਲਾ ਇਹ ਹੈ ਕਿ 8 ਸਾਲ ਮਾਰਦਾ ਰਿਹਾ, ਸੋ ਉਸ 1.5 ਸਾਲ ਦੇ ਵਿੱਚ ਇਹਦਾ ਮਤਲਬ ਫਿਰ ਏਜੰਸੀ ਝੂਠੀ ਹੋ ਗਈ। ਜਿੱਦਣ ਦੀ ਡੈਥ ਹੋਈ ਆ ਉਸੇ ਦਿਨ ਦੀ ਵੀਡੀਓ ਹੈ, ਉਹ ਉਸ ਤੋਂ ਕੁਛ ਮਿੰਟ ਪਹਿਲਾਂ ਦੀ ਵੀਡੀਓ ਹੈ। ਜਿਹੜੀ ਨਾਰਮਲ ਆਰਗਿਊ ਹੋਇਆ ਉਹ 11:30 ਵਜੇ ਹੋਇਆ, ਦੁਪਹਿਰੇ ਦਿਨੇ 11:30-12 ਵਜੇ ਦੇ ਲਾਗੇ। ਉਹ ਵੀ ਹੋਇਆ ਸਾਡੀਆਂ ਫੈਮਲੀਆਂ ਨੂੰ ਲੈ ਕੇ। ਪਰ ਅਨਫੋਰਚੂਨੇਟਲੀ ਜਦੋਂ ਉਹਨਾਂ ਨੇ ਡਰਾਪ ਕੀਤੀ ਬੋਡੀ, ਪੁਲਿਸ ਤਾਂ ਆ ਗਈ ਸੀ ਡਾਊਨ, ਪਰ ਉਹ ਪਲਸ ਚੱਲਦੀ ਸੀ, ਪਰ ਮਤਲਬ ਲੇਟ ਹੋ ਚੁੱਕਿਆ ਸੀ ਆਈ ਥਿੰਕ। ਪਰ ਕਹਿੰਦੇ ਸੀਗੇ ਡਾਕਟਰ ਕਹਿੰਦੇ ਸੀਗੇ ਮੇ ਬੀ ਸ਼ੀ ਸਟਿਲ ਅਲਾਈਵ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਜਿਹੜਾ ਇੱਕ ਟੈਂਪਰਡ ਪ੍ਰੋਬਲਮ ਹੈ ਨਾ ਮੇਰੀ ਵਾਈਫ ਨੂੰ ਹੈਗਾ ਸੀਗਾ, ਕਿ ਜਿਹੜਾ ਜਦੋਂ ਵੀ ਇੱਕਦਮ ਸ਼ਾਰਟ ਟੈਂਪਰਡ ਹੋਏ ਨਾ, ਤਾਂ ਫਿਰ ਕਦੀ ਸਿਰ ਮਾਰਨਾ ਕੰਧਾਂ ਦੇ ਵਿੱਚ, ਕਦੀ ਵਾਲ ਪੱਟਣੇ, ਕਦੀ ਜਿਹੜੀ ਵੀ ਕੋਈ ਚੀਜ਼ ਹੈਗੀ ਆਪਣੇ ਆਪ ਨੂੰ ਹਿੱਟ ਕਰਨਾ। ਉਹ ਮੇਰੇ ਕੋਲ ਪ੍ਰੂਫ ਨੇ ਸਾਰੇ। ਇਹਨਾਂ ਨੇ ਹੁਣ ਸ਼ੋਅ ਕੀਤਾ ਸੀਗਾ ਕਿ ਮੈਨੂੰ ਸੱਟਾਂ ਲਾਈਆਂ, ਮਾਰਿਆ, ਕੁੱਟਿਆ। ਉਹ ਹੁਣ ਉਹ ਪੋਸਟਮਾਰਟਮ ਹੋਇਆ, ਸਾਰਾ ਕੁਝ ਹੋਇਆ ਵਾ, ਉਹਦੇ ਵਿੱਚ ਕੁਝ ਵੀ ਨਹੀਂ ਹੈਗਾ ਇੱਦਾਂ ਦਾ ਕਿ ਉਹਨੂੰ ਇੱਕ ਹੱਥ ਵੀ ਲੱਗਾ ਹੋਵੇ। ਜਦੋਂ ਮੈਂ ਕਈ ਵਾਰ ਫੋਨ 'ਤੇ ਜੇ ਸਾਡਾ ਛੋਟਾ ਜਿਹਾ ਵੀ ਆਰਗਿਊ ਹੁੰਦਾ ਤੇ ਆਪਣੇ ਸਿਰ ਨੂੰ ਪੱਟਣਾ ਸ਼ੁਰੂ ਕਰ ਦੇਣਾ, ਕਿਤੇ ਮਾਰਨਾ ਸ਼ੁਰੂ ਕਰ ਦੇਣਾ। ਜੇ ਕੋਈ ਚੀਜ਼ ਹੱਥ 'ਚ ਹੈ ਤੇ ਜਾਂ ਤਾਂ ਆਪਦੇ ਮਾਰਨੀ ਹੈ ਜਾਂ ਥਰੋ ਕਰ ਦੇਣੀ ਹੈ। ਉਹ ਇੱਦਾਂ ਸੀਗੀ ਕਿ ਜਿਹੜੇ ਮੇਰੇ ਸਹੁਰਾ ਸਾਹਿਬ ਦੀ ਥਾਟ ਇਹ ਸੀਗੀ, ਉਹ ਚੱਲ ਛੱਡ ਤੂੰ ਇਹਨਾਂ ਨੂੰ। ਫਿਰ ਕਹਿੰਦੇ ਕਿ ਓਕੇ ਜੇ ਡਾਈਵੋਰਸ ਹੋ ਗਿਆ ਕੁੜੀਆਂ ਕਿੱਥੇ ਜਾਣਗੀਆਂ, ਤੇ ਉਦੋਂ ਇਹਨਾਂ ਦੀ ਥਾਟ ਸੀਗੀ ਕਿ ਸ਼ਾਇਦ ਮੈਨੂੰ ਜੇਲ੍ਹ ਹੋ ਜਾਣੀ ਆ। ਸ਼ਾਰਟ ਟੈਂਪਰ ਹੈ ਤੇ ਕੋਈ ਵੀ ਚੀਜ਼ ਚਲਾ ਕੇ ਮਾਰ ਦਿੰਦੀ ਹੈ ਤੇ ਬੜੀ ਜਲਦੀ ਰਿਐਕਟ ਕਰ ਦਿੰਦੀ ਹੈ। ਇਹ ਸਭ ਉਹਦੇ ਘਰ ਵਾਲੇ ਦੀ ਜਿਹੜੀ ਹੈ ਸਫਾਈ ਦੇ ਵਿੱਚ ਗੱਲਾਂ ਕਹੀਆਂ ਜਾ ਰਹੀਆਂ ਨੇ। ਇਸ ਮਾਮਲੇ ਦੇ ਉੱਤੇ ਆਪਾਂ ਕੋਈ ਫਤਵਾ ਨਹੀਂ ਦੇ ਸਕਦੇ। ਇਸ ਮਾਮਲੇ ਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ ਇਹ ਆਪਾਂ ਗੱਲ ਨਹੀਂ ਕਰ ਸਕਦੇ, ਪਰ ਮਾਮਲਾ ਸਾਹਮਣੇ ਆਇਆ ਤਾਂ ਇਹਦੀ ਤਹਿ ਤੱਕ ਜਾਣਾ ਸਾਡੇ ਸਾਰੇ ਲਈ ਬਹੁਤ ਜ਼ਰੂਰੀ ਹੈ। ਇਨਵੈਸਟੀਗੇਸ਼ਨ ਚੱਲ ਰਹੀ ਹੈ ਅਮਰੀਕਾ ਦੇ ਵਿੱਚ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਇਨਵੈਸਟੀਗੇਸ਼ਨ ਟੀਮ ਵੀ ਲੱਗੀ ਹੋਈ ਹੈ ਵੀ ਇਹਦੇ ਵਿੱਚ ਕੀ ਨਿਕਲ ਸਕਦਾ, ਕਿਹਦੀ ਗਲਤੀ ਹੈ, ਕਿਵੇਂ ਸਾਰਾ ਮਾਮਲਾ ਜਿਹੜਾ ਉਹ ਵਾਪਰਿਆ ਤੇ ਇੱਕ ਪਰਸਨ ਜਿਹੜਾ ਉਹ ਸੁਸਾਈਡ ਤੱਕ ਚਲਾ ਗਿਆ। ਤੁਸੀਂ ਇਸ ਮਾਮਲੇ ਦੇ ਉੱਤੇ ਆਪਣੀ ਸੋਚ ਕੀ ਰੱਖਦੇ ਹੋ, ਇਹਦੇ ਮੁਤਲਕ ਤੁਸੀਂ ਸਾਡੇ ਨਾਲ ਜੁੜੋ, ਪਲੀਜ਼ ਗੱਲਬਾਤ ਕਰ ਸਕਦੇ ਹੋ। ਮੈਂ ਤੁਹਾਨੂੰ ਆਪਣਾ ਫੋਨ ਨੰਬਰ ਜਿਹੜਾ ਜਿਹਦੇ ਤੇ ਤੁਸੀਂ ਕਾਲ ਕਰਨੀ ਉਹ ਦੱਸ ਦਿੰਦੀ ਹਾਂ, 1888 923 2656। ਇੱਥੇ ਕਾਲ ਕਰੋ ਤੇ ਤੁਹਾਡਾ ਇਦਾਂ ਦੇ ਮਾਮਲਿਆਂ ਨੂੰ ਦੇਖਦੇ ਹੋ ਜਦੋਂ ਤੁਸੀਂ, ਤਾਂ ਤੁਹਾਡੇ ਤੇ ਕੀ ਅਸਰ ਪੈਂਦਾ, ਤੁਸੀਂ ਕਿਵੇਂ ਦੇਖਦੇ ਹੋ, ਤੁਹਾਡੀ ਕੀ ਸੋਚ ਚੱਲਦੀ ਹੈ, ਪਲੀਜ਼ ਆਪਣੀ ਸੋਚ ਸਾਡੇ ਨਾਲ ਸ਼ੋਅ ਦੇ ਵਿੱਚ ਸਾਂਝੀ ਜ਼ਰੂਰ ਕਰਿਓ। ਮੇਰੇ ਨਾਲ ਡਾਕਟਰ ਗੁਰਮ ਜੁੜੇ ਹੋਏ ਨੇ। ਡਾਕਟਰ ਗੁਰਮ ਜਿਹੜੇ ਨੇ ਘਰੇਲੂ ਹਿੰਸਾ ਨੈਵਰ ਜਿਹੜਾ ਤੁਸੀਂ ਸੁਣਿਆ ਹੋਣਾ, ਉਸ ਆਰਗੇਨਾਈਜੇਸ਼ਨ ਦੇ ਨਾਲ ਜਿਹੜਾ ਉਹ ਇਸ ਦੇ ਉੱਤੇ ਕਾਫੀ ਰਿਸਰਚ ਵਰਕ ਕਰਦੇ ਨੇ, ਘਰੇਲੂ ਹਿੰਸਾ ਦੇ ਮਾਮਲਿਆਂ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਨੇ ਇਸ ਆਰਗੇਨਾਈਜੇਸ਼ਨ ਦੇ ਥਰੂ, ਤੇ KPU ਨਰਸਿੰਗ ਫੈਕਲਟੀ ਦੇ ਥਰੂ ਉਹਨਾਂ ਦਾ ਸਾਰਾ ਰਿਸਰਚ ਵਰਕ ਘਰੇਲੂ ਹਿੰਸਾ ਦੇ ਉੱਤੇ ਚੱਲਦਾ ਹੈ। ਉਹਨਾਂ ਨਾਲ ਵੀ ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਡਾਕਟਰ ਗੁਰਮ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸ਼ਾਰੇ ਜੀ। ਡਾਕਟਰ ਬਲਬੀਰ ਗੁਰਮ ਜੀ, ਇਹ ਮਾਮਲਾ ਆ ਗਿਆ ਸਾਹਮਣੇ, ਇੱਕ ਪਰਿਵਾਰ ਦਾ ਉਹ ਪਰਸਨਲ ਮਾਮਲਾ ਜਿਹੜਾ ਕਿ ਸਾਹਮਣੇ ਆਇਆ ਤਾਂ ਪਤਾ ਉਦੋਂ ਚੱਲਿਆ ਜਦੋਂ ਇੱਕ ਪਰਸਨ ਦੋਵਾਂ ਦੇ ਵਿੱਚੋਂ ਹਸਬੈਂਡ ਵਾਈਫ ਦੇ ਵਿੱਚੋਂ ਇੱਕ ਸੁਸਾਈਡ ਕਰ ਗਿਆ। ਇਸ ਲੜਕੀ ਨੇ ਜਦੋਂ ਸੁਸਾਈਡ ਕੀਤੀ ਤਾਂ ਸੁਸਾਈਡ ਦੇ ਵਿੱਚ ਉਹਦਾ ਉਹ ਪਰੇਸ਼ਾਨ ਹੋਣਾ, ਉਹਦਾ ਦੁਖੀ ਹੋਣਾ, ਇਸ ਹੱਦ ਤੱਕ ਉਹਦਾ ਮੈਂਟਲ ਲੈਵਲ ਪਹੁੰਚ ਜਾਣਾ ਵੀ ਉਹ ਸੁਸਾਈਡ ਨੂੰ ਉਸਨੇ ਚੂਜ਼ ਕਰ ਲਿਆ। ਇਹ ਜਿਹੜੀ ਲਾਹਨਤ ਹੈ, ਇਹ ਲੱਗਦਾ ਸੀ ਵੀ ਅਸੀਂ ਤਾਂ ਆ ਜਿਹੜੀ ਸਦੀ ਦੇ ਵਿੱਚ ਜੀ ਰਹੇ ਹਾਂ, ਬੜੀ ਮਾਡਰਨ ਸਦੀ ਹੈ, ਇੱਥੇ ਤਾਂ ਇਹ ਹੁੰਦਾ ਵੀ ਕੋਈ ਇੱਕ ਚਪੇੜ ਮਾਰੇ ਤਾਂ ਉਹਦੇ ਅੱਗੋਂ ਦੋ ਮਾਰਨ ਵਾਲਾ ਜ਼ਮਾਨੇ 'ਚ ਅਸੀਂ ਜੀ ਰਹੇ ਹਾਂ, ਜਿੱਥੋਂ ਤੱਕ ਸਾਨੂੰ ਲੱਗ ਰਿਹਾ ਸੀਗਾ। ਪਰ ਜਦੋਂ ਇੱਦਾਂ ਦੀਆਂ ਘਟਨਾਵਾਂ ਆ ਰਹੀਆਂ ਨੇ ਡਾਕਟਰ ਗੁਰਮ, ਤੇ ਸਾਨੂੰ ਲੱਗਦਾ ਸੀ ਫਿਰ ਇੱਕਦਮ ਪਿੱਛੇ ਫਲੈਸ਼ਬੈਕ 'ਚ ਚਲੇ ਜਾਂਦੇ ਵੀ ਨਹੀਂ, ਅਸੀਂ ਤਾਂ ਉਸੇ ਸੁਸਾਇਟੀ ਦਾ ਹਿੱਸਾ ਹਾਂ ਜਿੱਥੇ ਅਸੀਂ ਬਹੁਤ ਸਦੀਆਂ ਤੋਂ ਇਹ ਚੀਜ਼ਾਂ ਸੁਣਦੇ ਆ ਰਹੇ ਸੀ ਵੀ ਔਰਤ ਕਮਜ਼ੋਰ ਹੈ, ਉਹਦੇ ਹੱਥ ਚੱਕਣਾ ਤਾਂ ਮਰਦਾਂ ਦੀ ਸ਼ਾਨ ਹੁੰਦੀ ਹੈ, ਔਰ ਮਰਦ ਹੀ ਉਹ ਹੁੰਦਾ ਜਿਹੜਾ ਔਰਤ ਦੇ ਉੱਤੇ ਹੱਥ ਚੱਕੇ, ਠੀਕ ਹੈ, ਬਾਕੀ ਤਾਂ ਮਰਦ ਹੀ ਨਹੀਂ ਹੈ। ਜਿਹੜਾ ਮਰਦ ਕਿਸੇ ਔਰਤ ਨੂੰ ਕੁੱਟੇ ਨਾ, ਉਹਦੇ ਚਪੇੜ ਨਾ ਮਾਰੇ, ਉਹਦੇ ਘਰ ਦੇ ਵਿੱਚ ਰਹਿੰਦੀ ਹੋਏ ਕਿਉਂਕਿ ਉਹਦੇ ਬੱਚਿਆਂ ਦੀ ਮਾਂ ਹੈ, ਤਾਂ ਉਹਦੇ ਨਾਲ ਹਰ ਪਲ ਲੜੇ ਨਾ, ਲੜਾਈ ਨਾ ਕਰੇ, ਉਹਨੂੰ ਛੋਟਾ ਨਾ ਦਿਖਾਏ, ਤਾਂ ਉਦੋਂ ਤੱਕ ਤਾਂ ਮਰਦ ਦੀ ਸ਼ਾਨ ਹੀ ਨਹੀਂ ਸਾਹਮਣੇ ਆਉਂਦੀ।
Is it right? ਇਟਸ ਨਾਟ ਰਾਈਟ ਪਰ ਇਹ ਹੈਗਾ ਆ ਕਿ ਸਾਡੀ ਸੋਸਾਇਟੀ ਸਟਿਲ ਇਦਾਂ ਸਮਝਦੀ ਆ ਕਿ ਬੰਦੇ ਕੰਟਰੋਲ ਕਰਨ ਆਪਣੀਆਂ ਵਾਈਫਸ ਨੂੰ ਈਵਨ ਮੈਂ ਦੇਖਿਆ ਐਕਸਟੈਂਡਡ ਫੈਮਲੀਜ਼ ਦੇ ਵਿੱਚ ਸੱਸ ਸਹੁਰਾ ਉਹ ਵੀ ਆਪਣੇ ਲੜਕੇ ਨੂੰ ਕਹੋਗੇ ਕਿ ਦੇਖੋ ਇਹਨੂੰ ਕੰਟਰੋਲ ਨਹੀਂ ਕਰ ਸਕਦਾ, ਇਹ ਤੇਰੀ ਗੱਲ ਨਹੀਂ ਸਮਝਦੀ, ਇਹਨੂੰ ਇਦਾਂ ਕਰਨਾ ਚਾਹੀਦਾ, ਉੱਦਾਂ ਕਰਨਾ ਚਾਹੀਦਾ, ਰਾਈਟ। ਜਦ ਤਾਈਂ ਆਪਾਂ ਇਹ ਕਹਿਣੋਂ ਨਹੀਂ ਹਟਦੇ ਉੱਦਾਂ ਹੀ ਇਹ ਇਸ਼ੂ ਚੱਲਦਾ ਰਹਿਣਾ ਆ। ਬਾਕੀ ਹੈਗਾ ਆ ਜਿਹੜੇ ਤੁਸੀਂ ਕਹਿੰਦੇ ਆ ਕਿ ਉਹ ਇੰਨੀ ਸਟ੍ਰੈਸ ਵਿੱਚ ਹੋ ਗਏ ਕਿ ਉਹਨ ਸੁਸਾਈਡ ਕਰ ਲਈ, ਇਹ ਸ਼ੁਰੂ ਹੋ ਜਾਂਦਾ ਆ ਪਹਿਲਾਂ ਹੀ ਜਦੋਂ ਹੱਲੇ ਬੱਚਾ ਬਣਦਾ ਹੀ ਆ ਪੇਟ ਦੇ ਵਿੱਚ। ਸੋ ਇੱਕ ਸਟੈਪ ਮੈਂ ਉਹ ਤੋਂ ਪਹਿਲਾਂ ਕਹਿ ਦਿੰਦੀ ਆ ਕਿ ਮੈਨੂੰ ਲੱਗਦਾ ਆ ਬਾਹਲੇ ਆਪਣੇ ਸੁਣਨ ਵਾਲਿਆਂ ਨੂੰ ਨਹੀਂ ਪਤਾ। ਸਦਾ ਮੈਂ ਦੇਖਿਆ ਕਮਿਊਨਿਟੀ ਦੇ ਵਿੱਚ ਆਪਣੇ ਲੇਡੀਜ਼ ਨੂੰ ਬਲੇਮ ਕਰਦੇ ਆ ਜਦੋਂ ਕੁੜੀ ਹੋ ਜਾਵੇ। ਹਾਂ ਬਿਲਕੁਲ, ਵੀ ਕੁੜੀ ਪੈਦਾ ਕੀਤੀ ਨੇ, ਮੁੰਡਾ ਪੈਦਾ ਨਹੀਂ ਕੀਤਾ, ਕਿਉਂਕਿ ਇਸ ਮਾਮਲੇ 'ਚ ਵੀ ਇਹ ਚੀਜ਼ ਵੀ ਸਾਹਮਣੇ ਕਿਤੇ ਨਾ ਕਿਤੇ ਆਈ ਸੀਗੀ। ਉਸ ਔਰਤ ਨੇ ਜਦੋਂ ਦੱਸੀ ਆ ਸੁਸਾਈਡ ਕਰਨ ਤੋਂ ਪਹਿਲਾਂ, ਉਹਨੇ ਕਿਹਾ ਵੀ ਮੇਰੇ ਕਿਉਂਕਿ ਕੁੜੀਆਂ ਸੀਗੀਆਂ 2, ਮੇਰੇ ਮੁੰਡਾ ਨਹੀਂ ਹੁੰਦਾ ਸੀ ਤੇ ਤਾਂ ਵੀ ਮੇਰੇ ਨਾਲ ਮੇਰਾ ਸਹੁਰਾ ਪਰਿਵਾਰ ਤੇ ਮੇਰਾ ਘਰ ਵਾਲਾ ਲੜਦਾ ਸੀਗਾ ਤੇ ਤਸ਼ੱਦਦ ਕਰਦੇ ਸੀਗੇ। ਜੀ ਸੋ ਜਦੋਂ ਇੱਦਾਂ ਹੁੰਦਾ ਆ, ਪਹਿਲਾਂ ਤਾਂ ਮੈਂ ਆਪਣੇ ਸੁਣਨ ਵਾਲਿਆਂ ਨੂੰ ਕਹਿ ਰਹੀ ਹਾਂ ਕਿ ਜਦੋਂ ਬੱਚਾ ਪੈਦਾ ਹੋਣ ਲੱਗਦਾ ਆ ਉਹ ਮੇਲ ਸਪਰਮ ਹੁੰਦਾ ਆ ਤਾਂ ਫੀਮੇਲ ਹੁੰਦਾ ਆ ਐਗ। ਓਕੇ। ਤਾਂ ਜਿਹੜਾ ਮੇਲ ਸਪਰਮ ਆ ਉਹਦੇ 'ਚ ਹੁੰਦਾ ਆ X ਤਾਂ Y ਕ੍ਰੋਮੋਸੋਮ। ਓਕੇ, ਜੈਨੇਟਿਕ ਮਟੀਰੀਅਲ। ਤਾਂ ਜਿਹੜਾ ਐਗ ਹੁੰਦਾ ਉਹਦੇ 'ਚ XX ਹੁੰਦਾ ਆ। ਸੋ ਜੇ X ਤਾਂ X ਰਲ ਜਾਵੇ ਫੇ ਹੁੰਦੀ ਆ ਕੁੜੀ, ਜੇ X ਤਾਂ Y ਰਲ ਜਾਵੇ ਫੇ ਹੁੰਦਾ ਆ ਮੁੰਡਾ। ਸੋ ਕੰਟਰੋਲ ਸਾਰਾ ਹੁੰਦਾ ਮੇਲ ਸਪਰਮ ਵਿੱਚ। ਇਹਦੇ ਵਿੱਚ ਔਰਤ ਦਾ ਕੋਈ ਨਹੀਂ ਹੈਗਾ, ਪਰ ਸਦਾ ਬਲੇਮ ਸਾਡੀ ਕਮਿਊਨਿਟੀ ਦਿੰਦੀ ਆ ਕਿ ਇਹਨ ਮੁੰਡਾ ਨਹੀਂ ਪੈਦਾ ਕੀਤਾ। ਇਹ ਮੈਂ ਹੁਣ ਜਦ ਦੀ ਨਿੱਕੀ ਜਿਹੀ ਆ ਉਦੋਂ ਸੁਣਦੀ ਆਉਂਦੀ ਆ। ਤਾਂ ਬਹੁਤ ਵਾਰ ਅਸੀਂ ਇਹ ਕੋਸ਼ਿਸ਼ ਕੀਤੀ ਆ ਕਮਿਊਨਿਟੀ ਨੂੰ ਐਕਸਪਲੇਨ ਕਰਨ ਦੀ, ਪਰ ਹੱਲੇ ਵੀ ਵਿੱਚ ਹੈਗੇ ਆ ਜਿਨ੍ਹਾਂ ਨੂੰ ਇਹ ਨਹੀਂ ਸਮਝ ਹੈਗੀ। ਡਾਕਟਰ ਗੁਰਮ, ਮੈਂ ਇਸ ਚੀਜ਼ ਦੇ ਉੱਤੇ ਨਾ, ਇਸ ਸਵਾਲ ਦੇ ਉੱਤੇ ਤੁਹਾਡੇ ਤੋਂ ਇਹ ਹੋਰ ਵੀ ਇਹਦੇ ਸੰਬੰਧੀ ਮੈਂ ਕੁਝ ਗੱਲਾਂ ਕਰਨੀਆਂ ਚਾਹੁੰਦੀ ਹਾਂ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਹੈ, ਤੁਸੀਂ ਇਸ ਮਾਮਲੇ ਨੂੰ ਦੇਖ ਲਿਆ, ਤੁਸੀਂ ਜਿਹਨੇ ਸੁਸਾਈਡ ਕੀਤੀ ਆ ਉਹਦੀ ਵੀ ਤੁਸੀਂ ਬਿਆਨ ਸੁਣ ਲਿਆ, ਜਿਹੜਾ ਉਸ ਤੋਂ ਬਾਅਦ ਸਫਾਈ ਦੇ ਰਿਹਾ ਉਹਦਾ ਘਰ ਵਾਲਾ, ਤੁਸੀਂ ਉਹਦਾ ਵੀ ਬਿਆਨ ਸੁਣ ਲਿਆ। ਤੁਸੀਂ ਓਵਰਆਲ ਇਸ ਮਾਮਲੇ ਨੂੰ ਦੇਖ ਕਿਵੇਂ ਰਹੇ ਹੋ? ਤੁਹਾਡੀ ਆਪਣੀ ਨੌਲੇਜ ਕੀ ਕਹਿੰਦੀ ਹੈ? ਮੇਰੀ ਨੌਲੇਜ ਕਹਿੰਦੀ ਆ ਪਹਿਲਾਂ ਤਾਂ ਬਾਈ ਵੇਲੇ ਬੰਦੇ ਕਹਿ ਦਿੰਦੇ ਆ ਕਿ ਹੁਣ ਪੁਲਿਸ ਨੂੰ ਕਾਹਤੇ ਨਹੀਂ ਫੋਨ ਕੀਤਾ, ਰਾਈਟ। ਇਹ ਨਹੀਂ ਕਿ ਔਰਤ ਆ ਜਾਂ ਸੀਨੀਅਰ ਜਾਂ ਨਿਆਣਾ ਆ, ਸਾਰੇ ਡਰਦੇ ਆ ਫੋਨ ਕਰਨ ਨੂੰ। ਮਦਦ ਮੇ ਬੀ 20% ਤੋਂ ਘੱਟ ਲੋਕ ਆ ਜਿਹੜੇ ਪੁਲਿਸ ਨੂੰ ਰਿਪੋਰਟ ਕਰਦੇ ਆ। ਸੋ ਸਾਰੇ ਸਮਝਦੇ ਆ ਕਿ ਇਹ ਸਾਡੇ ਘਰ ਦਾ ਮਾਮਲਾ ਆ, ਇਹ ਬਾਹਰ ਨਹੀਂ ਨਿਕਲਣਾ ਚਾਹੀਦਾ। ਤਾਂ ਉਹੀ ਕਿਹਾ ਜਾਂਦਾ ਆ ਕੁੜੀਆਂ ਨੂੰ ਜਦੋਂ ਉਹਨਾਂ ਦਾ ਵਿਆਹ ਕਰ ਦਿੰਦੇ ਆ ਕਿ ਇਹ ਤੁਹਾਡਾ ਘਰ ਆ, ਸੋ ਇੱਥੇ ਹੀ ਗੱਲ ਰਹਿਣੀ ਚਾਹੀਦੀ ਆ, ਤੁਸੀਂ ਇੱਥੇ ਹੀ ਰਹਿਣਾ ਆ, ਇਹਨਾਂ ਦੀ ਗੱਲ ਮੰਨਣੀ ਆ। ਸੋ ਉਹ ਪਹਿਲੇ ਦਿਨ ਤੋਂ ਸਾਨੂੰ ਕਿਹਾ ਜਾਂਦਾ ਆ ਔਰਤਾਂ ਨੂੰ, ਤਾਂ ਉਹ ਹੋ ਜਾਂਦਾ ਆ। ਬਾਕੀ ਜਦੋਂ ਅਸੀਂ ਰਿਸਰਚ ਵੱਲੋਂ ਦੇਖਦੇ ਆ ਉਹ ਵੀ ਬੰਦੇ ਨਹੀਂ ਰਿਪੋਰਟ ਕਰਦੇ, ਕਿ ਜਿੱਦਾਂ ਉਹਨ ਵੀਡੀਓ 'ਚ ਕਿਹਾ ਆ, ਮੈਨੂੰ ਮੈਦ ਸੀ ਕਿ ਉਹ ਬਦਲ ਜਾਊਗਾ। ਬਿਲਕੁਲ ਸਾਰੇ ਇੱਦਾਂ ਹੀ ਕਹਿੰਦੇ ਆ ਜਦੋਂ ਅਸੀਂ ਉਹਨਾਂ ਨੂੰ ਕੁਐਸਚਨ ਕਰੀਏ ਕਿ ਸਾਨੂੰ ਮੈਦ ਸੀ ਉਹ ਬਦਲ ਜਾਊਗਾ, ਬਿਕਾਜ਼ ਉਹਨਾਂ ਨੂੰ ਪਿਆਰ ਹੁੰਦਾ ਆ ਉਸ ਬੰਦੇ ਔਰ ਔਰਤ ਨਾਲ। ਜਦੋਂ ਪਾਰਟਨਰਸ ਹੁੰਦੇ ਆ, ਦੋਨਾਂ ਪਾਰਟਨਰ ਨੂੰ ਇੱਕ ਦੂਜੇ ਨਾਲ ਪਿਆਰ ਹੁੰਦਾ ਆ, ਪਰ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਜਦੋਂ ਜੇ ਕੁੱਟਦਾ ਆ। ਔਰ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਇਸ ਪਰਟੀਕੂਲਰ ਸਿਚੁਏਸ਼ਨਸ, ਪਰ ਜਦੋਂ ਵੀ ਕੋਈ ਇੱਕ ਦੂਜੇ ਨੂੰ ਅਬਿਊਜ਼ ਕਰਦਾ ਆ ਉਹ ਹੁੰਦਾ ਆ ਕੌਨਫਲਿਕਟ ਤੇ, ਤਾਂ ਉਹ ਚਾਹੁੰਦਾ ਆ ਕਿ ਮੇਰੀ ਪਾਵਰ ਹੋਵੇ। ਤਾਂ ਜੇ ਨਹੀਂ ਉਹਨਾਂ ਕੋਲ ਪਾਵਰ ਹੁੰਦੀ, ਉਹਨਾਂ ਨੂੰ ਪਤਾ ਨਹੀਂ ਕੌਨਫਲਿਕਟ ਨੂੰ ਕਿੱਦਾਂ ਉੱਦਾਂ ਰਿਜ਼ੋਲਵ ਕਰਨਾ ਆ, ਗੱਲਬਾਤ ਕਰਕੇ ਉਹ ਫਿਰ ਵਾਇਲੈਂਸ ਨੂੰ ਰਿਜ਼ੋਰਟ ਹੋ ਜਾਂਦੇ ਆ। ਸੋ ਤਾਂ ਜਿਹੜੇ ਉਹਦਾ ਕੋਪਿੰਗ ਮੈਕੈਨਿਜ਼ਮ ਆ ਔਰਤ ਦਾ ਇਸ ਸਿਚੁਏਸ਼ਨ ਦੇ ਵਿੱਚ, ਉਹ ਸ਼ੁਰੂ ਹੋ ਜਾਂਦਾ ਪਹਿਲਾਂ ਹੀ ਬਿਫੋਰ ਬੀਇੰਗ ਬੋਰਨ। ਸੋ ਜਦੋਂ ਪੇਟ ਦੇ ਵਿੱਚ ਇਹ ਹੁੰਦੇ ਆ, ਜਿਹੜਾ ਆਲੇ ਦੁਆਲੇ ਦਾ ਇਨਵਾਇਰਨਮੈਂਟ ਆ ਉਹ ਇਨਫਲੂਐਂਸ ਕਰਦਾ ਆ ਕਿ ਸਾਡੀ ਸਟ੍ਰੈਸ ਅਸੀਂ ਕਿੱਦਾਂ ਕੋਪ ਕਰ ਸਕਦੇ ਹਾਂ। ਤਾਂ ਜੇ ਆਲੇ ਦੁਆਲੇ ਹੋਵੇ ਕਿ ਜਿੱਥੇ ਕੋਈ
ਉੱਚੀ ਆਵਾਜ਼ ਉਠਾਉਂਦਾ ਜਾਂ ਇੱਕ ਦੂਏ ਨੂੰ ਮਾਰਦਾ, ਉਹਦਾ ਅਸਰ ਪੈ ਜਾਂਦਾ ਆ ਨਿਊਰੋ ਡਿਵੈਲਪਮੈਂਟ ਵਿੱਚ, ਸਾਡੇ ਨਰਵਸ ਸਿਸਟਮ ਦੇ ਡਿਵੈਲਪਮੈਂਟ ਵਿੱਚ। ਸੋ ਉਹ ਜੇ ਐਕਸਪੀਰੀਅੰਸ ਕਰ ਰਹੀ ਸੀ ਪਹਿਲੀ ਜਦੋਂ ਕੁੜੀ ਹੋਈ ਆ ਕਿ ਉਹ ਮੇਬੀ ਫੈਮਿਲੀ ਗੁੱਸੇ ਸੀ ਕਿ ਕੁੜੀ ਕਾਤੇ ਹੋਈ ਆ। ਕਿਉਂਕਿ ਮੈਨੂੰ ਯਾਦ ਆ ਜਦੋਂ ਮੈਂ ਵੀ ਛੋਟੀ ਜਿਹੀ ਸੀ, ਜੇ ਕਿਸੇ ਦੇ ਕੁੜੀ ਹੋਣੀ ਸਾਰਿਆਂ ਨੇ ਕਹਿਣਾ ਉਹ ਹੋ ਫੇ ਗਾਹਾਂ ਮੁੰਡਾ ਹੋ ਜਾਊਗਾ। ਇਹ ਨਹੀਂ ਕਿ ਰੱਬ ਦਾ ਥੈਂਕ ਯੂ ਕਰੋ ਕਿ ਕੁੜੀ ਹੈਲਥੀ ਆ ਜਾਂ ਕੀ ਆ, ਬਿਲਕੁਲ ਰਾਈਟ। ਸੋ ਜਦੋਂ ਫਿਰ ਇਹ ਹੁੰਦਾ ਆ ਉਹਦਾ ਇਨਫਲੂਐਂਸ ਪੈਂਦਾ ਆ ਮਾਂ ਤੇ ਵੀ, ਤਾਂ ਜਿਹੜਾ ਬੱਚਾ ਹੋਇਆ ਹੁੰਦਾ ਉਹਦੇ ਤੇ ਵੀ। ਬਿਲਕੁਲ ਬਿਲਕੁਲ ਰਾਈਟ। ਸੋ ਜੈਨਰੇਸ਼ਨਲ ਟਰਾਮਾ ਇਹਨੂੰ ਕਹਿ ਦਿੰਦੇ ਆ। ਸੋ ਇੱਕ ਦੂਏ ਤੋਂ ਟ੍ਰਾਂਸਫਰ ਹੋ ਜਾਂਦਾ ਆ। ਇਸ ਸਿਚੁਏਸ਼ਨ ਦੇ ਵਿੱਚ ਜੇ ਉਹਨੂੰ ਇੱਦਾਂ ਹੋਊਗਾ, ਉਹਦਾ ਜਿਹੜਾ ਸਟ੍ਰੈਸ ਕੋਪਿੰਗ ਮੈਕੈਨਿਜ਼ਮ ਆ ਉਹ ਘਟੀ ਗਿਆ, ਕਿਉਂਕਿ ਫਿਰ ਨੈਕਸਟ ਕੁੜੀ ਜਦੋਂ ਹੋਈ ਉਹ ਸੇਮ ਹੋ ਸਕਦਾ। ਜੇ ਉੱਦਾਂ ਉਹ ਇਮੋਸ਼ਨਲ ਅਬਿਊਜ਼ ਦੀ ਵੀ ਗੱਲ ਕਰਦੀ ਸੀਗੀ ਵੀਡੀਓ ਦੇ ਵਿੱਚ ਕਿ ਜਿਹੜੇ ਮੇਰੇ ਇਨ-ਲਾਅ ਸੀਗੇ, ਸੱਸ ਸਹੁਰਾ, ਉਨੀ ਨਹੀਂ ਹੈਗਾ ਕੁਛ ਕੀਤਾ। ਬਿਲਕੁਲ ਹਾਂ। ਤਾਂ ਇਹ ਵੀ ਹੁੰਦਾ ਇਮੋਸ਼ਨਲ ਅਬਿਊਜ਼। ਉਹ ਜਿਹੜਾ ਸੀਗਾ ਬੰਦਾ ਵੀਡੀਓ ਦੇ ਵਿੱਚ, ਉਹ ਕਹਿੰਦਾ ਸੀਗਾ ਉਹਦੇ ਮਾਂ ਪਿਓ ਨਾਲ ਅਸੀਂ ਫੋਨ ਕਰਦੇ ਜਾਂ ਹਾਂ, ਸਾਡੇ ਨਾਲ ਸਾਡਾ ਬੋਲ ਚਾਲ ਨਹੀਂ ਸੀ ਉਹਨਾਂ ਨਾਲ, ਸਾਡੇ ਬੋਲ ਚਾਲ ਨਹੀਂ ਸੀ ਦੋਨਾਂ ਪਰਿਵਾਰਾਂ ਦਾ। ਜੇ ਇਹਦੇ 'ਚ ਵੀ ਹੋ ਸਕਦਾ ਆ ਕਿ ਉਹ ਸਿਚੁਏਸ਼ਨ ਬਣਾ ਦਿੰਦੇ ਆ ਜਦੋਂ ਪਾਵਰ ਐਂਡ ਕੰਟਰੋਲ ਚਾਹੀਦਾ ਕਿ ਬੰਦੇ ਨੂੰ ਆਈਸੋਲੇਟ ਕਰਨਾ, ਕਿ ਕੋਈ ਫਰੈਂਡਸ ਜਾਂ ਫੈਮਿਲੀ ਵੀ ਤੂੰ ਕਿਸੇ ਨੂੰ ਮਿਲੇ ਨਾ, ਕਿ ਇਹ ਕਿਸੇ ਨੂੰ ਦੱਸ ਨਾ ਸਕੇ, ਰਾਈਟ। ਸੋ ਇਹ ਵੀ ਹੋ ਜਾਂਦਾ ਆ। ਆਈ ਮੀਨ ਪਾਰਟਿਕੂਲਰਲੀ ਆਪਾਂ ਕਹਿ ਨਹੀਂ ਸਕਦੇ, ਪਰ ਜਨਰਲੀ ਇਹ ਹੁੰਦਾ, ਏਦਾਂ ਦੇ ਕਾਰਨ ਵੀ ਬਣ ਜਾਂਦੇ ਨੇ, ਬਹੁਤ ਬਣ ਜਾਂਦੇ ਆ। ਬਾਕੀ ਜੇ ਆਪਾਂ ਸੋਸਾਇਟੀ 'ਚ ਦੇਖੋ, ਜਿਹੜੇ ਆਪਣੇ ਰਿਵਾਜ ਆ ਉਹਦੇ 'ਚ ਵੀ ਆਪਾਂ ਕਾਫੀ ਮੇਲ ਪ੍ਰਿਵਿਲੇਜ ਕਰਦੇ ਆ, ਰਾਈਟ। ਤਾਂ ਜਦੋਂ ਬੋਰਨ ਨਹੀਂ ਹੁੰਦੇ ਆ, ਪਾਰਟੀਜ਼ ਕਰਦੇ ਆ, ਲੱਡੂ ਵੰਡਦੇ ਆ ਮੁੰਡਿਆਂ ਲਈ, ਕੁੜੀਆਂ ਲਈ ਬਹੁਤ ਘੱਟ ਵੰਡਦੇ ਆ। ਤਾਂ ਫਿਰ ਸੈਲੀਬ੍ਰੇਸ਼ਨ ਵੀ ਜਦੋਂ ਵਿਆਹ ਵੀ ਹੁੰਦਾ ਆ, ਉਹ ਵੀ ਭਰਾ ਖੜਦੇ ਆਲੇ ਦੁਆਲੇ, ਭੈਣਾਂ ਕਾਤੇ ਨਹੀਂ ਖੜਦੀਆਂ ਮੈਂ ਪੁੱਛੂੰਗੀ, ਰਾਈਟ। ਤਾਂ ਫਿਰ ਜਦੋਂ ਤੇ ਮੁੰਡੇ ਦਾ ਵਿਆਹ ਵੱਡਾ ਕਰਨਾ ਤੇ ਕੁੜੀ ਦਾ ਨਾਰਮਲ ਜਿਹਾ ਵੀ ਕਰ ਦੋ ਤਾਂ ਚੱਲੇਗਾ। ਹਾਂਜੀ। ਤਾਂ ਫਿਰ ਜਦੋਂ ਡੋਲੀ ਵੀ ਤੋੜਨੀ ਆ, ਉਦੋਂ ਵੀ ਫਿਰ ਭਰਾ ਜਾਂ ਮੰਮੀ ਡੈਡ ਸਾਰੇ ਉਹ ਤੋੜਦੇ ਆ। ਉਹ ਕਾਤੇ ਫਿਰ ਜਿਹੜੀਆਂ ਭੈਣਾਂ ਹੁੰਦੀਆਂ ਉਹਨਾਂ ਦਾ ਕੋਈ ਰੋਲ ਨਹੀਂ, ਮਾਂ ਦਾ ਕੋਈ ਰੋਲ ਨਹੀਂ। ਪਰ ਇਹ ਟ੍ਰੈਡੀਸ਼ਨਲ ਆਪਣੇ ਹੁੰਦਾ ਸੀਗਾ ਉਦੋਂ, ਠੀਕ ਸੀ। ਉਦੋਂ ਤਾਂ ਜਾਂਦਾ ਹੀ ਨਹੀਂ ਸੀ ਕੋਈ ਹੋਰ ਵਿਆਹ ਤੇ। ਬਾਈ ਵੇਲੇ ਤਾਂ 5 ਹੀ ਬੰਦੇ ਜਾਂਦੇ ਸੀਗੇ, ਬਾਈ ਵੇਲੇ 10 ਹੀ ਜਾਂਦੇ ਸੀਗੇ। ਉਦੋਂ ਹੁੰਦੇ ਹੀ ਸੀ ਮਰਦ ਆਲੇ ਦੁਆਲੇ। ਪਰ ਹੁਣ ਆਪਣੀ ਸੋਸਾਇਟੀ ਡਿਫਰੈਂਟ ਆ। ਇੱਥੇ ਤਾਂ ਆਪਾਂ ਜਦੋਂ ਵਿਆਹ ਕਰਦੇ ਆ, ਬਹੁਤ ਪਹਿਲਾਂ ਹੀ ਇੱਕ ਦੂਏ ਨੂੰ ਕਿੰਨੇ ਟਾਈਮ ਦੇ ਜਾਣਦੇ ਹੁੰਦੇ ਆ। ਹਾਂ ਬਿਲਕੁਲ ਬਿਲਕੁਲ ਹਾਂ। ਜਾਂ ਤਾਂ ਘਰ ਦੇ ਵੀ ਇੱਕ ਦੂਏ ਨੂੰ ਜਾਣਦੇ ਹੁੰਦੇ ਆ। ਡਾਕਟਰ ਪਹਿਲਾਂ ਦਾ ਟਾਈਮ ਤੇ ਅੱਜ ਦਾ ਟਾਈਮ, ਅਸੀਂ ਇਸੇ ਲਈ ਗੱਲ ਕਰ ਲਈ ਵੀ ਅੱਜ ਦੇ ਟਾਈਮ ਦੇ ਵਿੱਚ ਇਦਾਂ ਦੀਆਂ ਖਬਰਾਂ ਕਿਵੇਂ ਆ ਰਹੀਆਂ। ਮੈਂ ਪਹਿਲਾਂ ਇਹ ਚੀਜ਼ ਕਲੀਅਰ ਕਰ ਚੁੱਕੀ ਹਾਂ ਵੀ ਵਕਤ ਇੱਕ ਦੇਖਿਆ ਹੋਇਆ ਇਦਾਂ ਦਾ ਚੱਲਦਾ ਰਿਹਾ, ਸੁਣਦੇ ਵੀ ਰਹੇ ਹਾਂ। ਹੋ ਸਕਦਾ ਸੀ ਕਈ ਰਿਸ਼ਤੇਦਾਰਾਂ 'ਚ ਚੀਜ਼ਾਂ ਦੇਖੀਆਂ ਵੀ ਹੋਣ, ਸਾਰਿਆਂ ਨੇ ਦੇਖੀਆਂ ਹੋਣਗੀਆਂ, ਪਰ ਉਹ ਵਕਤ ਤਾਂ ਜਦੋਂ ਅੱਜ ਦੀ ਸਦੀ ਦੀ ਗੱਲ ਕਰ ਰਹੇ ਨੇ, ਅੱਜ ਤਾਂ ਅਸੀਂ ਇੱਕ ਇਹੋ ਜਿਹੇ ਯੁੱਗ ਦੇ ਵਿੱਚ ਜੀ ਰਹੇ ਹਾਂ, ਮਸ਼ੀਨੀ ਯੁੱਗ ਹੈ, ਜਿੱਥੇ ਅਸੀਂ ਇੰਨੇ ਐਕਟਿਵ, ਔਰਤ ਮਰਦ ਕੋਈ ਡਿਫਰੈਂਸ ਹੀ ਨਹੀਂ ਰਿਹਾ। ਮਤਲਬ ਔਰਤਾਂ ਵੀ ਕੰਮ ਕਰਦੀਆਂ ਨੇ ਮਿਨਿਸਟਰੀ ਦੇ ਵਿੱਚ, ਪੋਲੀਟੀਕਲੀ ਇੰਨੀਆਂ ਸਟਰੋਂਗ ਨੇ, ਬੰਦੇ ਵੀ ਓਨਾ ਹੀ ਸਟਰੋਂਗ ਨੇ। ਪਰ ਜਦੋਂ ਇਹ ਘਰੇਲੂ ਹਿੰਸਾ ਦੀਆਂ ਆਉਂਦੀਆਂ, ਇਹ ਜਦੋਂ ਬਾਹਰਲੇ ਮੁਲਕਾਂ 'ਚ ਹੁਣ ਅਸੀਂ ਆ ਗਏ ਹਾਂ, ਕੈਨੇਡਾ ਅਮਰੀਕਾ ਦੇ ਵਿੱਚ ਬੈਠੇ, UK ਬੈਠੇ, ਆਸਟ੍ਰੇਲੀਆ ਬੈਠੇ, ਜਦੋਂ ਅਸੀਂ ਇੱਦਾਂ ਦੀਆਂ ਮਾਰ-ਕੁੱਟ ਦੀਆਂ ਵੀਡੀਓ ਬਾਕੀ ਕਿਤੇ ਦਿਖਾ ਦਿੰਦੇ ਹਾਂ, ਤਾਂ ਉਦੋਂ ਬੜੀ ਸ਼ਰਮਨਾਕ ਚੀਜ਼ ਇਹ ਲੱਗਦੀ ਹੈ ਵੀ ਇਹਨਾਂ ਮੁਲਕਾਂ 'ਚ ਆਏ ਤਾਂ ਅਸੀਂ ਤਰੱਕੀ ਕਰਨ। ਇਹਨਾਂ ਮੁਲਕਾਂ ਦੇ ਵਿੱਚ ਅਸੀਂ ਸੋਚ ਕੇ ਤਾਂ ਇਹ ਆਏ ਸੀ ਵੀ ਅਸੀਂ ਪਤਾ ਨਹੀਂ ਜ਼ਿੰਦਗੀ ਨੂੰ ਇੱਕ ਐਵੇਂ ਦਾ ਸਮਾਜ ਨੂੰ ਬਣਾ ਦੇਣਾ ਵੀ ਸਾਡੇ ਉੱਥੇ ਇੰਡੀਆ ਬੈਠੇ ਸਾਰੇ ਸਾਨੂੰ ਦੇਖਣ, ਅਸੀਂ ਉਹਨਾਂ ਵਾਸਤੇ ਰੋਲ ਮਾਡਲ ਸਾਬਤ ਹੋਈਏ। ਪਰ ਅਸੀਂ ਕਰ ਕੀ ਰਹੇ ਹਾਂ ਕਿ ਆ ਰੋਲ ਮਾਡਲ ਹੈ। ਸੋ ਕਾਲਰ ਦੀ ਕਾਲ ਵੀ ਅਟੈਂਡ ਕਰਦੇ ਹਾਂ ਨਾਲ, ਫਿਰ ਮੈਨੂੰ ਇਸ ਚੀਜ਼ ਦਾ ਪਲੀਜ਼ ਜਵਾਬ ਜ਼ਰੂਰ ਦਿਓ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ ਜੀ, ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਵੀ ਰੱਖ ਬਰਾੜ ਸਾਹਿਬ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ ਜੀ। ਸੋ ਮੇਬੀ ਟੈਕਨੀਕਲ ਕਿਸੇ ਇਸ਼ੂ ਕਰਕੇ ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਪਾ ਰਹੀ। ਤੇ ਡਾਕਟਰ ਗੁੰਮ ਜੇ ਵਿੱਚੋਂ ਦੀ ਕੋਈ ਕਾਲ ਆਈ ਤਾਂ ਅਸੀਂ ਦੁਬਾਰਾ ਜ਼ਰੂਰ ਚੈੱਕ ਕਰਾਂਗੇ ਜੇ ਆਵਾਜ਼ ਆ ਪਾਈ ਸਾਡੇ ਕੋਲ ਗੈਸਟ ਦੀ ਤਾਂ। ਇਸ ਤੋਂ ਇਲਾਵਾ ਅਸੀਂ ਗੱਲ ਕਰ ਰਹੇ ਸੀਗੇ, ਫਿਰ ਕਾਲ ਆ ਰਹੀ ਹੈ ਨਾਲ ਅਟੈਂਡ ਕਰਦੇ। ਬਰਾੜ ਸਾਹਿਬ, ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਤੱਕ?
ਜੀ ਮੇਰੇ ਤੱਕ ਆਵਾਜ਼ ਨਹੀਂ ਆ ਰਹੀ। ਬਰਾੜ ਸਾਹਿਬ, ਅਸੀਂ ਇੱਕ ਟੌਪਿਕ ਤੇ ਨੋ ਡਾਊਟ ਇਸੇ ਟੌਪਿਕ ਤੇ ਗੱਲਬਾਤ ਤਾਂ ਕਰ ਰਹੇ ਹਾਂ, ਤੁਹਾਡੀ ਆਵਾਜ਼ ਫਿਲਹਾਲ ਮੇਰੇ ਤੱਕ ਪਹੁੰਚ ਨਹੀਂ ਪਾ ਰਹੀ। ਅਸੀਂ ਕੋਸ਼ਿਸ਼ ਕਰਦੇ ਜੇ ਠੀਕ ਹੋ ਪਾਈ ਤੁਹਾਡੀ ਆਵਾਜ਼ ਤਾਂ। ਡਾਕਟਰ ਗੁਲ, ਆਪਾਂ ਗੱਲ ਕਰ ਰਹੇ ਸੀਗੇ ਵੀ ਸੁਸਾਇਟੀ ਦਾ ਇੱਕ ਹਿੱਸਾ ਇਹ ਵੀ ਬਹੁਤ ਵੱਡਾ ਹੋਇਆ ਪਿਆ ਵੀ ਕਿਤੇ ਨਾ ਕਿਤੇ ਜਦੋਂ ਇਦਾਂ ਦੇ ਮਾਮਲੇ ਸਾਹਮਣੇ ਆ ਜਾਂਦੇ ਨੇ ਤਾਂ ਅਸੀਂ ਇਹ ਦੇਖਣ ਲੱਗ ਜਾਂਦੇ ਵੀ ਅਸੀਂ ਕਿਹੜੀ ਸਦੀ ਦੇ ਵਿੱਚ, ਕਿਹੜੇ ਦੌਰ 'ਚ ਜੀ ਰਹੇ ਹਾਂ। ਅੱਜ ਕੱਲ੍ਹ ਦੇ ਮਾਡਰਨ ਮੁੰਡੇ, ਮਾਡਰਨ ਕੁੜੀਆਂ ਹੋ ਚੁੱਕੇ ਨੇ, ਜਦੋਂ ਉਹਨਾਂ ਦੇ ਵਿੱਚ ਇੱਦਾਂ ਦੀਆਂ ਖਬਰਾਂ ਆ ਜਾਂਦੀਆਂ ਨੇ ਜਿਵੇਂ ਕਿ ਇਹ ਕੇਸ ਆ ਗਿਆ, ਕੀ ਅਸਰ ਉਹਨਾਂ ਦੇ ਉੱਤੇ ਪੈਂਦਾ ਹੋਊਗਾ? ਕਿੱਥੇ ਅਸੀਂ ਅੱਜ ਵੀ ਫਿਰਦੇ ਪਏ ਹਾਂ? ਇਹ ਵੀ ਬਹੁਤ ਕੰਪਲਿਕੇਟਡ ਆ, ਬਿਕਾਜ਼ ਇਹ ਨਹੀਂ ਕਿ ਅਸੀਂ ਹੁਣ ਇੱਥੇ ਰਹਿੰਦੇ ਆ ਤਾਂ ਸਾਡੇ ਕੋਲ ਆਟੋਮੈਟਿਕਲੀ ਸੈਂਸ ਹੈਗਾ ਆ ਕਿ ਅਸੀਂ ਹੋਰ ਤਰ੍ਹਾਂ ਬਿਹੇਵ ਕਰਨਾ ਹੈ। ਇਹ ਜਿਹੜਾ ਮੈਂ ਅਰਲੀਅਰ ਕਹਿੰਦੀ ਸੀਗੀ ਕਿ ਜਨਰੇਸ਼ਨਲ ਆ। ਹਾਂਜੀ, ਬਾਕੀ ਹੈਗਾ ਆ ਜੇ ਸਾਡੇ ਘਰ 'ਚ ਇੱਦਾਂ ਕਰਦੇ ਆ, ਜਿੱਦਾਂ ਵੀ ਕਰਦੇ ਆ ਉਹੀ ਨਿਆਣੇ ਸਿੱਖ ਲੈਂਦੇ ਆ, ਬੇਸ਼ੱਕ ਉਹਨਾਂ ਨੂੰ ਜੋ ਕੁਛ ਮਰਜ਼ੀ ਦੱਸੀ ਜਾਓ। ਤਾਂ ਫਿਰ ਹੈਗਾ ਆ ਸੁਸਾਇਟੀ, ਜਦੋਂ ਆਪਾਂ ਦੇਖਦੇ ਆ ਵਿੱਚ ਜਦੋਂ ਗਾਉਂਦੇ ਆ ਜਾਂ ਮੂਵੀਜ਼ ਦੇਖਦੇ ਆ, ਉਹਦੇ 'ਚ ਵੀ ਹਲੇ ਐਕਸੈਪਟੇਬਲ ਆ ਕੁੱਟਮਾਰ ਕਰਨੀ। ਈਵਨ ਮੈਂ ਦੇਖਿਆ ਜਦੋਂ ਆਪਾਂ ਧੀਆਂ ਤੇ ਸੀ, ਉੱਥੇ ਵੀ ਬੋਲੀਆਂ ਪਾਉਂਦੇ ਸੀਗੇ ਕਿ ਸੱਸ ਕੁੱਟਣੀ, ਰਾਈਟ? ਉਹ ਵੀ ਫਿਰ ਉਹੀ ਪ੍ਰਮੋਸ਼ਨ ਹੋ ਜਾਂਦਾ ਕਿ ਠੀਕ ਆ ਕਿਸੇ ਨੂੰ ਮਾਰਨਾ ਕੁੱਟਣਾ। ਇਟ ਡਜ਼ਨਟ ਮੈਟਰ ਕਿਹਨੂੰ ਕੁੱਟਦੇ ਮਾਰਦੇ ਆ, ਸਾਰਿਆਂ ਲਈ ਅਨਐਕਸੈਪਟੇਬਲ ਆ। ਸੋ ਜਦ ਤਾਈਂ ਆਪਾਂ ਸਾਡੇ ਐਟੀਟਿਊਡਸ ਨੂੰ ਕੌਨਸ਼ੀਅਸਲੀ ਨਹੀਂ ਚੇਂਜ ਕਰਦੇ, ਉੱਦਾਂ ਨਹੀਂ ਹੋਣੇ। ਜੇ ਅਸੀਂ ਕਹੀਏ ਹੁਣ ਅਸੀਂ ਮਾਡਰਨ ਸੁਸਾਇਟੀ ਆ, ਅਸੀਂ ਇੱਦਾਂ ਨਹੀਂ ਸੋਚਣਾ, ਪਰ ਅਸੀਂ ਸਾਰੇ ਇੱਦਾਂ ਸੋਚਦੇ ਆ ਬਿਕਾਜ਼ ਸਾਡੀ ਜਿਹੜੇ ਬੈਕਗਰਾਊਂਡ ਆ ਉਹਦੇ 'ਚ ਇੱਦਾਂ ਹੀ ਆ ਰਿਹਾ ਆ। ਸੋ ਸਾਨੂੰ ਹੁਣ ਆਪ ਕਹਿਣਾ ਪੈਣਾ ਆ, ਜਦੋਂ ਅਸੀਂ ਕਿਸੇ ਨੂੰ ਮਾਰਨ ਨੂੰ, ਕੁੱਟਣ ਨੂੰ, ਇਮੋਸ਼ਨਲ ਅਬਿਊਜ਼ ਕਰਨ ਨੂੰ ਸੋਚਦੇ ਆ, ਉਹ ਸਕਾਲਾ ਨਹੀਂ ਉਹ ਚੇਂਜ ਹੋਣਾ, ਰਾਈਟ? ਮੈਨੂੰ ਬਹੁਤ ਕੋਸ਼ਿਸ਼ ਹੋ ਗਈ ਆ ਚੇਂਜ ਕਰਨ ਨੂੰ, ਪਰ ਫਿਰ ਵੀ ਬਾਅਦ ਵੇਲੇ ਕੁਛ ਨਾ ਕੁਛ ਕਹਿ ਹੋ ਜਾਂਦਾ ਆ, ਤਾਂ ਫਿਰ ਮੈਂ ਕਹਿੰਦੀ ਓ ਮਾਈ ਗॉड ਇਹ ਮੈਂ ਕਾਹਤੇ ਕਿਹਾ ਸੀ, ਆਰਗੂਮੈਂਟਸ ਹੋ ਜਾਂਦੇ ਨੇ। ਸੋ ਇਹ ਕੌਨਸ਼ੀਅਸਲੀ ਆਪਾਂ ਸਾਰਿਆਂ ਨੂੰ ਸੋਚਣਾ ਪੈਣਾ ਆ ਕਿ ਕਿੱਦਾਂ ਅਸੀਂ ਚੇਂਜ ਹੋਣਾ। ਜੀ ਮੇਰੀ ਆਵਾਜ਼ ਆ ਰਹੀ ਹੈ ਜੀ ਤੁਹਾਡੇ ਤੱਕ? ਓਕੇ, ਸੋ ਆਈ ਥਿੰਕ ਕਾਲਰਸ ਦੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਪਾਣੀ, ਸੋ ਤੁਸੀਂ ਸਿਰਫ ਸੁਣ ਲਓ ਸ਼ੋਅ ਨੂੰ ਤੇ ਫਿਰ ਆਪਾਂ ਇਹਨੂੰ ਕਰਦੇ ਹਾਂ ਟੈਕਨੀਕਲ ਇਸ਼ੂ ਨੂੰ ਥੋੜਾ ਜਿਹਾ ਠੀਕ। ਡਾਕਟਰ ਗੁਮ, ਕਿਉਂਕਿ ਸਾਡੇ ਜਿਹੜੇ ਦਰਸ਼ਕ ਨੇ ਹਮੇਸ਼ਾ ਸਾਡੇ ਕਾਲਰਸ ਬਹੁਤ ਸੋਚ ਸਮਝ ਦੇ ਨਾਲ ਜਿਹੜਾ ਉਹ ਬੜੇ ਸਾਰੇ ਮੁੱਦਿਆਂ ਦੇ ਉੱਤੇ ਪਾਰਟਿਸਿਪੇਟ ਕਰਦੇ ਨੇ, ਆਪਣੀ ਗੱਲ ਰੱਖਦੇ ਨੇ। ਬਰਾੜ ਸਾਹਿਬ ਹੋਣੀ ਹੋ ਗਏ, ਢਿੱਲੋਂ ਜੀ ਹੋਣੀ ਹੋ ਗਏ, ਇਹ ਸਪੈਸ਼ਲੀ ਸਾਡੇ ਮੇਨ ਕਾਲਰਸ ਨੇ ਜਿਨ੍ਹਾਂ ਦੀ ਕਾਲ ਆਉਂਦੀ ਹੈ, ਹਰ ਮੁੱਦੇ ਦੇ ਉੱਤੇ ਆਪਣੇ ਵਿਚਾਰ ਜ਼ਰੂਰ ਰੱਖਦੇ ਨੇ। ਅੱਜ ਦਾ ਮੁੱਦਾ ਕਿਉਂਕਿ ਬੜਾ ਸੰਗੀਨ ਹੈ ਤੇ ਇਹ ਸਾਰੀਆਂ ਉਹ ਪਰਿਵਾਰ ਨੇ, ਇਹ ਸਾਰੀਆਂ ਉਹ ਫੈਮਲੀਆਂ ਨੇ ਜਿਹੜੀਆਂ ਕਿ ਇੰਡੀਆ ਤੋਂ ਇੱਥੇ ਆਈਆਂ ਹੋਈਆਂ ਚੰਗੇ ਫਿਊਚਰਸ ਦੇ ਲਈ, ਚੰਗੇ ਫਿਊਚਰ ਦੇ ਨਾਲ ਨਾਲ ਉਹਨਾਂ ਦੇ ਬੱਚੇ ਇੱਥੇ ਪੈਦਾ ਹੋਏ ਆ ਜਿਹੜੇ ਕੈਨੇਡੀਅਨ ਬੋਰਨ ਹੈ, ਤੁਸੀਂ ਖੁਦ ਵੀ ਕੈਨੇਡੀਅਨ ਹੋ। ਸੋ ਡਾਕਟਰ ਗੁਮ, ਜਦੋਂ ਅਸੀਂ ਉੱਥੋਂ ਦੀ ਸੁਸਾਇਟੀ ਛੱਡੀ ਸੀ ਤੇ ਇੱਥੇ ਆਏ ਸੀ ਨਾ, ਅਸੀਂ ਕੁਝ ਹੋਰ ਸੁਪਨੇ ਲੈ ਕੇ ਆਏ ਸੀ। ਇਹ ਪਰਿਵਾਰ ਜਦੋਂ ਉੱਥੋਂ ਨਿਕਲ ਕੇ ਆਏ ਸੀ ਨਾ, ਇਹਨਾਂ ਨੂੰ ਲੱਗਦਾ ਸੀ ਕਿ ਜਿਹੜੀ ਤਸ਼ੱਦਦ, ਮਾਰ ਕੁਟਾਈ ਜਿਹੜੀ ਉਹ ਸੁਸਾਇਟੀ ਦਾ ਅਸੀਂ ਹਿੱਸਾ ਰਿਹਾ ਨਾ, ਉਹਦੇ 'ਚ ਹੁਣ ਬਾਹਰ ਆ ਕੇ ਨਾ ਅਸੀਂ ਇੱਕ ਡਿਫਰੈਂਟ ਸੁਸਾਇਟੀ ਦਾ ਹਿੱਸਾ ਬਣਨਾ ਹੈ। ਤੇ ਜਦੋਂ ਉਹੀ ਸੋਚ ਸਾਡੇ ਬੰਦੇ ਜਾਂ ਸਾਡੀਆਂ ਜਿਹੜੀਆਂ ਫੀਮੇਲਸ ਨੇ ਉੱਥੋਂ ਵੀ ਉਹੀ ਲੈ ਕੇ ਆ ਗਈਆਂ ਨੇ, ਤਾਂ ਫਿਰ ਸਾਡਾ ਕੀ ਫਾਇਦਾ ਤਰੱਕੀ ਕਰਨ ਦਾ? ਅਸੀਂ ਕਾਹਦੇ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਨੂੰ ਆਏ ਆ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦੇ ਲਈ, ਬਿਹਤਰ ਸਿਸਟਮ ਦੀ ਭਾਲ ਵਾਸਤੇ, ਆਪਣੇ ਬੱਚਿਆਂ ਨੂੰ ਚੰਗੀ ਅਸੀਂ ਨੌਲੇਜ ਦੇਣ ਲਈ, ਚੰਗਾ ਇੱਕ ਮਾਹੌਲ ਦੇਣ ਵਾਸਤੇ ਇੰਨੇ ਸੈਕਰੀਫਾਈਸ ਕੀਤੇ ਤੇ ਇੰਨੇ ਸੈਕਰੀਫਾਈਸ ਦੇ ਵਿੱਚੋਂ ਨਿਕਲਿਆ ਆ ਵੀ ਹਜੇ ਵੀ ਸਾਡੀਆਂ ਵੀਡੀਓ ਵਾਇਰਲ ਹੁੰਦੀਆਂ ਨੇ। ਜਿਸ ਤਰੀਕੇ ਨਾਲ ਵਾਇਰਲ ਹੋਈ ਹੈ ਵੀਡੀਓ ਅਮਰੀਕਾ ਦਾ ਕੇਸ, ਜਦੋਂ ਅਸੀਂ ਦੇਖਦੇ ਹਾਂ ਤਾਂ ਕਿਸ ਤਰੀਕੇ ਨਾਲ ਲੜਾਈ ਜਿਹੜੀ ਹੈ ਉਹ ਹੱਥੋਂ ਪਾਈ ਹੋ ਰਹੀ ਹੈ। ਦੋ ਬੱਚੇ, ਦੋ ਛੋਟੀਆਂ ਕੁੜੀਆਂ ਮਨਾ ਕਰ ਰਹੀਆਂ ਨੇ ਕਿ ਪਾਪਾ ਸਾਡੀ ਮੰਮੀ ਨੂੰ ਨਾ ਮਾਰੋ। ਬੱਚਿਆਂ ਦੇ ਉੱਤੇ ਕੀ ਅਸਰ ਪਏਗਾ ਲਾਈਫ ਟਾਈਮ ਵਾਸਤੇ, ਉਹ ਕੁੜੀਆਂ ਨੇ। ਤੇ ਦਿੱਕਤ ਇਹ ਵੀ ਬੜੀ ਵੱਡੀ ਹੈ ਕਿ ਡਾਕਟਰ ਗੁਮ ਕੇ ਜਦੋਂ ਉਹ ਲੇਡੀ ਦੇ ਉੱਤੇ ਉਹਨੇ ਕਿਹਾ ਵੀ ਬਹੁਤ ਸਮੇਂ ਤੋਂ ਮੇਰੇ ਨਾਲ ਇਹੀ ਹੁੰਦਾ ਆ ਰਿਹਾ, ਜੇ ਉਹ ਆਪਣੇ ਪੈਰੈਂਟਸ ਤੱਕ ਉਹਦੀ ਗੱਲਬਾਤ ਨਹੀਂ ਹੁੰਦੀ ਸੀ, ਨਹੀਂ ਪਹੁੰਚ ਪਾ ਰਹੀ ਸੀਗੀ, ਚਲੋ ਗੱਲਬਾਤ ਦਾ ਸਿਲਸਿਲਾ ਦੋਨੋਂ ਪਰਿਵਾਰਾਂ 'ਚ ਬੰਦ ਕੀਤਾ ਹੋਇਆ ਸੀਗਾ, ਤਾਂ ਉਹਨੇ ਇਹ ਹਿੰਮਤ ਕਿਉਂ ਨਹੀਂ ਦਿਖਾਈ ਵੀ ਉਹ ਮਰਨ ਤੋਂ ਪਹਿਲਾਂ ਵੀ ਤਾਂ ਵੀਡੀਓ ਬਣਾ ਗਈ ਨਾ, ਮਰਨ ਤੋਂ ਪਹਿਲਾਂ ਵੀ ਤਾਂ ਉਹਨੇ ਉਹ ਸੁਸਾਈਡ ਕਰਨ ਤੋਂ ਪਹਿਲਾਂ ਵੀ ਉਹ ਚੀਜ਼ਾਂ ਹਿੰਮਤ ਕੱਢ ਕੇ ਬਿਆਨ ਕੀਤੀਆਂ, ਤਾਂ ਉਹ ਪਹਿਲਾਂ ਵੀ ਬਿਆਨ ਕਰ ਸਕਦੀ ਸੀ। ਇਹ ਹਿੰਮਤ ਕਿਉਂ ਨਹੀਂ ਆ ਪਾਉਂਦੀ ਫੀਮੇਲ ਦੇ ਵਿੱਚ ਜਾਂ ਮੇਲ ਦੇ ਵਿੱਚ, ਦੋਨਾਂ ਦੇ ਵਿੱਚ ਹੀ, ਕਿ ਅਸੀਂ ਘਰੇਲੂ ਹਿੰਸਾ ਨੂੰ ਆਪਣੇ ਉੱਤੇ, ਇਸ ਤਸ਼ੱਦਦ ਨੂੰ ਬਰਦਾਸ਼ਤ ਕੀਤੀ ਜਾਂਦੇ ਹਾਂ, ਪਰ ਅਸੀਂ ਉਹਨੂੰ ਕਿਸੇ ਨਾਲ ਸ਼ੇਅਰ ਕਰਕੇ ਉਹਦਾ ਕੋਈ ਹੱਲ ਲੱਭਣ ਵਾਲੇ ਪਾਸੇ ਨਹੀਂ ਜਾਂਦੇ। ਔਰ ਹੱਲ ਸਭ ਤੋਂ ਸਿੰਪਲ ਇਹ ਲੱਭਦਾ ਜਿਹੜਾ ਕਿ ਸਭ ਤੋਂ ਔਖਾ ਹੈ, ਸੁਸਾਈਡ ਕਰਨਾ। ਮਤਲਬ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਣਾ ਇੱਕ ਛੋਟਾ ਸਟੈਪ ਨਹੀਂ ਹੈ, ਇਟਸ ਬਿਗ ਸਟੈਪ।
ਇਟਸ ਅ ਬਿਗ ਸਟੈਪ ਐਂਡ ਤੇ ਹੁੰਦਾ ਆ ਜਦੋਂ ਉਹਨਾਂ ਨੂੰ ਲੱਗਦਾ ਆ ਕਿ ਹੋਰ ਕੋਈ ਰਸਤਾ ਸਾਡੇ ਲਈ ਨਹੀਂ ਹੈਗਾ ਤਾਂ ਆਪਾਂ ਜਦੋਂ ਬਾਹਰੋਂ ਦੇਖਦੇ ਆ ਆਪਾਂ ਕਹਿੰਦੇ ਉਹ 911 ਕਾਲ ਕਰ ਲੈਂਦੇ ਰਾਈਟ ਵੀਡੀਓ ਬਣਾਈ ਆ 911 ਕਾਲ ਕਾਹਦੇ ਨਹੀਂ ਕੀਤੀ ਪਰ ਜਦੋਂ ਉਹ ਬੰਦਾ ਇੰਨਾ ਇਮੋਸ਼ਨਲੀ ਅਬਿਊਜ਼ਡ ਹੋਵੇ ਜਦੋਂ ਫਿਜ਼ੀਕਲੀ ਅਬਿਊਜ਼ ਹੁੰਦਾ ਇਮੋਸ਼ਨਲੀ ਜ਼ਰੂਰ ਨਾਲ ਹੁੰਦਾ ਆ ਜੀ ਉਹਨੂੰ ਹੁੰਦਾ ਆ ਕਿ ਸਾਰਾ ਕੁਝ ਮੇਰਾ ਹੀ ਫਾਲਟ ਆ ਮੈਂ ਹੀ ਨਹੀਂ ਠੀਕ ਕਰ ਸਕੀ ਜਿੱਦਾਂ ਉਹ ਕਹਿੰਦੀ ਸੀ ਮੈਂ ਬਹੁਤ ਕੋਸ਼ਿਸ਼ ਕੀਤੀ ਆ ਠੀਕ ਕਰਨ ਦੀ ਚੀਜ਼ਾਂ ਠੀਕ ਹੋ ਰਾਈਟ ਸੋ ਇਹ ਕਾਫੀ ਨਾਰਮਲ ਆ ਜਿੱਦਾਂ ਫਿਰ ਬੰਦੇ ਸੋਚਣ ਲੱਗ ਪੈਂਦੇ ਆ ਕਿ ਮੇਰੀ ਫਾਲਟ ਆ ਮੈਂ ਕੁਝ ਕੀਤਾ ਹੋਣਾ ਆ ਮੈਂ ਹੀ ਨਹੀਂ ਠੀਕ ਹਾਂ ਵੀ ਮੇਰੀ ਹੀ ਜ਼ਿੰਦਗੀ ਕਿਉਂ ਉਲਝੀ ਮੇਰੀ ਕਿਸਮਤ ਖਰਾਬ ਐਂਡ ਆਲ ਜਿਹੜੀਆਂ ਚੀਜ਼ਾਂ ਆਪਾਂ ਸੋਚਦੇ ਆ ਉਹ ਆਪਾਂ ਪਹਿਲਾਂ ਤੋਂ ਸ਼ੁਰੂ ਕੀਤੀ ਉਹ ਹੁੰਦੀ ਆ ਕੁੜੀਆਂ ਨੂੰ ਦੱਸ ਕੇ ਅਸੀਂ ਕੁੜੀਆਂ ਨਹੀਂ ਚਾਹੁੰਦੇ ਮੁੰਡੇ ਚਾਹੁੰਦੇ ਆ ਰਾਈਟ ਸੋ ਉਹ ਸਾਰਾ ਜਿਹੜਾ ਬਿਲਡ ਅਪ ਹੋ ਜਾਂਦਾ ਲਾਈਫ ਟਾਈਮ ਦੇ ਵਿੱਚ ਜਿੱਦਾਂ ਉਹ ਹੈਂਡਲ ਕਰਦੇ ਆ ਉਹਨਾਂ ਦਾ ਸਟ੍ਰੈਸ ਲੈਵਲ ਕੀ ਆ ਉਹ ਤੇ ਆ ਜਾਂਦਾ ਆ ਤਾਂ ਉਹਨੂੰ ਐਂਡ ਤੇ ਹੀ ਸੀਗਾ ਕਿ ਜਿੰਨਾ ਚਿਰ ਮੈਂ ਜੀਂਦੀ ਆ ਮੈਂ ਬਾਹਰ ਨਹੀਂ ਗੱਲ ਕਰਨੀ ਸੋ ਹੁਣ ਉਹ ਨਹੀਂ ਹੈਗੀ ਤਾਂ ਗੱਲ ਬਾਹਰ ਆਈ ਆ ਸੋ ਇਹ ਵੀ ਆਪਾਂ ਪਹਿਲੇ ਦਿਨ ਤੋਂ ਹੀ ਕੁੜੀਆਂ ਨੂੰ ਦੱਸਿਆ ਹੁੰਦਾ ਆ ਕਿ ਉਹੀ ਤੁਹਾਡੇ ਕਰਦੇ ਆ ਹੁਣ ਅਸੀਂ ਤੁਹਾਨੂੰ ਤੋਰਤਾ ਆ ਤਾਂ ਜਿੱਦਾਂ ਉਹ ਕਹੋਗੇ ਤੁਸੀਂ ਕਰਨੀ ਆ ਸੋ ਉਹਨੂੰ ਹੋ ਗਿਆ ਕਿ ਮੈਂ ਉੱਦਾਂ ਨਹੀਂ ਕਰ ਸਕੀ ਤਾਂ ਮੈਂ ਕਿਸੇ ਨੂੰ ਨਹੀਂ ਦੱਸ ਸਕਦੀ ਬਿਕਾਜ਼ ਇਹ ਤੇ ਬਹੁਤ ਬੁਰਾ ਅਸਰ ਪੈਣਾ ਆ ਮੇਰੀ ਫੈਮਿਲੀ ਤੇ ਜਿਹਨੇ ਮੈਨੂੰ ਰੇਜ਼ ਕੀਤਾ ਆ ਉਹ ਨਹੀਂ ਸੀ ਚਾਹੁੰਦੀ ਕਿ ਇਦਾਂ ਹੋਵੇ ਉਹ ਪਾਰਟਿਕੂਲਰਲੀ ਨਹੀਂ ਮੈਂ ਕਹਿੰਦੀ ਪਰ ਜਿੱਦਾਂ ਜਨਰਲੀ ਅਸੀਂ ਰਿਸਰਚ ਵਿੱਚ ਦੇਖਦੇ ਹਾਂ ਸੋ ਫਿਰ ਉਹ ਐਂਡ ਤੇ ਜਦੋਂ ਸਮਝਦੇ ਆ ਕਿ ਹੁਣ ਮੈਂ ਸਹਿ ਨਹੀਂ ਸਕਦੀ ਜੋ ਕੁਛ ਮੇਰੇ ਨਾਲ ਹੋ ਰਿਹਾ ਆ ਫੇਰ ਸੁਸਾਈਡ ਕਰਦੇ ਆ ਪਰ ਯੂਜੂਅਲੀ ਕਿੰਨੀ ਵਾਰ ਪਹਿਲਾਂ ਉਹਨੇ ਅਟੈਂਪਟ ਕੀਤਾ ਆ ਹੁੰਦਾ ਇਹ ਨਹੀਂ ਕਿ ਇੱਕੋ ਹੀ ਦਿਨ ਉਹ ਸੋਚ ਲੈਂਦੇ ਹਾਂ ਅੱਜ ਮੈਂ ਸੁਸਾਈਡ ਕਰ ਦੇਣੀ ਆ ਪਰ ਉਹਨਾਂ ਦਾ ਯੂਜੂਅਲੀ ਲੌਂਗ ਟਾਈਮ ਹੁੰਦਾ ਆ ਕਿੰਨੀ ਵਾਰ ਸੋਚਿਆ ਹੁੰਦਾ ਇੱਕ ਕੁੱਟ ਸੋਚਦੇ ਹਟ ਜਾਂਦੇ ਹਾਲਾਂਕਿ ਉਹਦੇ ਪਤੀ ਨੇ ਸਟੇਟਮੈਂਟ ਦਿੱਤੀ ਹੈ ਕਿ ਉਹ ਤਾਂ ਉਸੇ ਦਿਨ ਲੜਾਈ ਹੋਈ ਸੀ ਸੁਸਾਈਡ ਵਾਲੇ ਦਿਨ ਹੀ ਉਸ ਤੋਂ ਪਹਿਲਾਂ ਤਾਂ ਹੋਈ ਨਹੀਂ ਸੀਗੀ ਤੇ ਉਸੇ ਦਿਨ ਦੀ 1 ਮਿੰਟ ਦੇ ਵਿੱਚ ਤਾਂ ਇੰਨਾ ਕੋਈ ਨਹੀਂ ਮਾਈਂਡ ਵਾਕਈ ਜਿਵੇਂ ਤੁਸੀਂ ਕਹਿ ਰਹੇ ਹੋ ਅੰਕੜੇ ਕੀ ਕਹਿੰਦੇ ਡਾਕਟਰ ਗੁਰਮ ਤੁਹਾਡੇ ਕੋਲ ਤਾਂ ਤੁਸੀਂ ਸਟੱਡੀ ਕਰਦੇ ਹੋ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਤੁਸੀਂ ਸਟੱਡੀ ਦੇ ਨਾਲ ਤੁਸੀਂ ਬੀਇੰਗ ਅ ਟੀਚਰ ਇਹਨਾਂ ਚੀਜ਼ਾਂ ਨੂੰ ਦੇਖਦੇ ਹੋ ਇੱਥੇ ਪ੍ਰੋਪਰ ਤੁਹਾਡੇ ਲੈਕਚਰ ਹੁੰਦੇ ਨੇ ਕਿ ਅੰਕੜੇ ਕੀ ਕਹਿੰਦੇ ਨੇ ਇਦਾਂ ਦੇ ਕੇਸਿਸ ਨੂੰ ਲੈ ਕੇ ਕੀ ਸਾਡੀ ਕਮਿਊਨਿਟੀ ਦੇ ਵਿੱਚ ਹੀ ਹੈ ਜਾਂ ਹੋਰਾਂ ਦੇ ਵਿੱਚ ਹੀ ਹੈ ਤਾਂ ਇਹ ਕਿਉਂ ਨਹੀਂ ਘਟਦੇ ਪਏ ਕਿਉਂ ਇਹ ਚੀਜ਼ ਚੱਲੀ ਜਾਂਦੀ ਹੈ ਸੋ ਇਹ ਸਿਰਫ ਸਾਡੀ ਕਮਿਊਨਿਟੀ ਦੇ ਵਿੱਚ ਨਹੀਂ ਇਹ ਹੈਗਾ ਪੈਂਡੈਮਿਕ ਜਿੱਦਾਂ ਹੈਗਾ ਆ ਕੋਵਿਡ ਪਰ ਇਹ ਪਹਿਲਾਂ ਤੋਂ ਸ਼ੁਰੂ ਆ ਪਰ ਇਹਨੂੰ ਅਟੈਂਸ਼ਨ ਨਹੀਂ ਮਿਲ ਰਹੀ because ਇਹ ਹੱਲੇ ਵੀ ਸਾਰੇ ਸਮਝਦੇ ਆ ਕਿ ਇੰਡੀਵਿਜੂਅਲ ਕੇਸਿਸ ਆ ਪਰ ਅਸੀਂ ਕਹਿੰਨੇ ਆ ਨੈਵਰ ਅਲੋਨ ਕਿ ਇਹ ਸੋਸਾਇਟੀ ਦਾ ਕੇਸ ਆ ਅਸੀਂ ਐਜ਼ ਅ ਸੋਸਾਇਟੀ ਹੈਵ ਫੇਲਡ ਰਾਈਟ ਅਸੀਂ ਨਹੀਂ ਇਹ ਕਲਚਰ ਕ੍ਰੀਏਟ ਕੀਤੀ ਕਿ ਜਿੱਥੇ ਸਾਰੇ ਇਕੁਅਲ ਆ ਇੱਕ ਦੂਏ ਨੂੰ ਰਿਸਪੈਕਟ ਕਰਦੇ ਆ ਗੱਲਬਾਤ ਕਰਕੇ ਸਲਾਹ ਨਾਲ ਤੁਰਦੇ ਆ ਤਾਂ ਇਹ ਆਪਣੀ ਇੱਥੇ ਸਾਊਥ ਏਸ਼ੀਅਨ ਔਰ ਪੰਜਾਬੀ ਕਮਿਊਨਿਟੀ 'ਚ ਵੀ ਆ ਪਰ ਸਾਰੀ ਦੁਨੀਆ 'ਚ ਆ ਜਦੋਂ ਅਸੀਂ ਦੁਨੀਆ ਦੇ ਸਟੈਟਿਸਟਿਕਸ ਦੇਖਦੇ ਆ 1 out of 3 ਜੀ ਨਾ ਉਹ ਪੁਲਿਸ ਰਿਪੋਰਟਡ ਸਟੈਟਿਸਟਿਕਸ ਆ ਇਹ ਨਹੀਂ ਕਿ ਕਿੰਨਾ ਹੁੰਦਾ ਹੋਗਾ ਤਾਂ for women ਤਾਂ 1 out of 6 for men ਹਾਂਜੀ ਤਾਂ ਜਿਹੜਾ children and seniors ਆ ਉਹ ਵੀ ਕਾਫੀ ਹਾਈ ਆ ਸੋ ਅਬਿਊਜ਼ ਸਾਰਿਆਂ ਨਾਲ ਹੁੰਦੀ ਆ ਹਾਂਜੀ ਈਵਨ ਆਪਣੀ ਕਮਿਊਨਿਟੀ 'ਚ ਮੈਂ ਦੇਖਿਆ ਈਵਨ ਰਿਸ਼ਤੇਦਾਰਾਂ 'ਚ ਕੋਈ ਦੇਖਦਾ ਨਹੀਂ ਥੱਪੜ ਮਾਰਦਾ ਨਿਆਣਿਆਂ ਦੇ ਹਾਂ ਬਿਲਕੁਲ ਰਾਈਟ ਸੋਚਦੇ ਨਹੀਂ ਇੱਕਦਮ ਥੱਪੜ ਜੇ ਉਹਨੇ ਕੁਛ ਨਹੀਂ ਕੀਤਾ ਪਰ ਉਹਦਾ ਜਿਹੜਾ ਇੰਪੈਕਟ ਹੁੰਦਾ ਆ ਬੱਚੇ ਤੇ ਉਹਦਾ ਨਹੀਂ ਆਪਾਂ ਸੋਚਦੇ ਅਸੀਂ ਸਾਨੂੰ ਗੁੱਸਾ ਲੱਗਦਾ ਰਾਈਟ ਕਿ ਉਹਨੇ ਇੱਦਾਂ ਕਾਹਦੇ ਕੀਤੀ ਆ ਉਹਨੂੰ ਸਮਝ ਨਹੀਂ ਹੈਗੀ ਪਰ ਨੋ ਬੱਚੇ ਨੂੰ ਨਹੀਂ ਸਮਝ ਹੁੰਦੀ ਉਸ ਵੇਲੇ ਉਹ ਸਾਡਾ ਕੰਮ ਹੁੰਦਾ ਐਜ਼ ਪੇਰੈਂਟਸ ਉਹਨਾਂ ਨੂੰ ਸਿਖਾਉਣਾ ਉਹਨਾਂ ਨਾਲ ਬਹਿ ਕੇ ਗੱਲ ਕਰਨੀ ਜੇ ਉਹ ਨਹੀਂ ਮੰਨਦੇ ਉਹਨਾਂ ਨਾਲ ਹੋਰ ਬਹਿ ਕੇ ਗੱਲ ਕਰਨੀ ਉਹਨਾਂ ਨੂੰ ਪੁੱਛਣਾ ਕਿ ਕਾਹਤੇ ਨਹੀਂ ਮੰਨਦੇ ਕੀ ਉਹਨਾਂ ਦੇ ਮਨ 'ਚ ਆ ਐਂਡ ਇਹ ਨਹੀਂ ਇੱਕਦਮ ਨੈਗੇਟਿਵਲੀ ਰਿਐਕਟ ਕਰਨਾ ਬਿਕਾਜ਼ ਉਹਦਾ ਬਹੁਤ ਅਸਰ ਬੱਚੇ 'ਤੇ ਪੈਂਦਾ ਉਹਨਾਂ ਦੇ ਸਟ੍ਰੈਸ ਐਂਡ ਕੋਪਿੰਗ ਸਕਿੱਲਸ 'ਤੇ ਜਾਂਦੇ ਰਹਿੰਦੇ ਆ ਸੋ ਇਹ ਸਾਡਾ ਰੋਲ ਆ ਐਜ਼ ਅ ਸੋਸਾਇਟੀ ਆਪਾਂ ਨੂੰ ਜ਼ਿਆਦਾ ਦੇਖਣਾ ਚਾਹੀਦਾ ਆ ਕਿ ਪੈਰੈਂਟਿੰਗ ਸਕਿੱਲਸ ਕੀ ਚਾਹੀਦੇ ਆ ਮੇਰਾ ਖਿਆਲ ਨਹੀਂ
ਕੋਈ ਵੀ ਕਿਸੇ ਨੇ ਵੀ ਸਿੱਖੇ ਹੁਣ ਪੈਰੈਂਟਿੰਗ ਸਕਿੱਲਸ ਮੈਂ ਤਾਂ ਆਪ ਨਾ ਸੀ ਸਿੱਖੇ ਮੈਨੂੰ ਨਰਸਿੰਗ ਵੱਲੋਂ ਪਤਾ ਸੀ ਡਿਵੈਲਪਮੈਂਟਲ ਸਟੇਜਸ ਨਿਆਣੇ ਦੇ ਕੀ ਹੁੰਦੇ ਪਰ ਇਹ ਨਹੀਂ ਕਿ ਕਿੱਦਾਂ ਪੈਰੈਂਟ ਕਰਨਾ ਤਾਂ ਜਦੋਂ ਮੈਂ ਵਰਸਾ ਦੀ ਪ੍ਰੈਜ਼ੀਡੈਂਟ ਹੁੰਦੀ ਸੀ ਉਦੋਂ ਅਸੀਂ ਪੈਰੈਂਟਿੰਗ ਕਲਾਸਿਸ ਕਰਦੇ ਹੁੰਦੇ ਸੀਗੇ ਤਾਂ ਸਕੂਲਾਂ 'ਚ ਜਾ ਕੇ ਵੀ ਕੀਤਾ ਉਦੋਂ ਕਿ ਅਸੀਂ ਬਹੁਤ ਜ਼ੋਰ ਪਾਇਆ ਸੀ ਕਿਉਂਕਿ ਉਦੋਂ ਗੈਂਗਸ ਬਹੁਤ ਹੁੰਦੇ ਸੀਗੇ ਪਰ ਹੁਣ ਵੀ ਸਾਨੂੰ ਬਹੁਤ ਲੋੜ ਆ ਪੈਰੈਂਟਿੰਗ ਕਲਾਸਿਸ ਦੀ ਬਾਕੀ ਹੈਗਾ ਆ ਕਿ ਜਦੋਂ ਸਾਨੂੰ ਕੋਈ ਦੱਸਦਾ ਆ ਕਿ ਮੇਰੇ ਨਾਲ ਅਬਿਊਜ਼ ਹੁੰਦਾ ਆ ਇਹ ਨਹੀਂ ਪੁੱਛਣਾ ਕਿ ਤੂੰ ਗਲਤ ਆ ਕੀ ਹੁੰਦਾ ਆ ਕਿਉਂਕਿ ਜਦੋਂ ਕੋਈ ਸਾਨੂੰ ਦੱਸਦਾ ਆ ਉਹਦੇ ਨਾਲ ਬਹੁਤ ਹੋਇਆ ਹੁੰਦਾ ਉਹ ਨਹੀਂ ਕਿ ਪਹਿਲੀ ਵਾਰ ਉਹ ਨਾ ਹੁੰਦਾ ਤਾਂ ਉਹ ਕਿਸੇ ਨੂੰ ਦੱਸਦਾ ਆ ਸਾਡੇ ਜਿਹੜੇ ਸਟੈਟਿਸਟਿਕਸ ਆ ਉਹ ਕਹਿੰਦੇ ਉਹਨਾਂ ਨਾਲ ਬਹੁਤ ਹੀ ਵਾਰ ਹੋਇਆ ਹੋਣਾ ਕਿ ਉਹਨਾਂ ਕੋ ਫਾਈਨਲੀ ਹਿੰਮਤ ਈਵਨ ਮਿਲੀ ਕਿਸੇ ਨੂੰ ਦੱਸਣ ਨੂੰ ਸੋ ਸਾਨੂੰ ਉਦੋਂ ਕਹਿਣਾ ਚਾਹੀਦਾ ਕਿ ਅਸੀਂ ਤੁਹਾਨੂੰ ਬਿਲੀਵ ਕਰਦੇ ਹਾਂ ਤਾਂ ਦੱਸੋ ਅਸੀਂ ਕਿੱਦਾਂ ਸਪੋਰਟ ਕਰ ਸਕਦੇ ਹਾਂ ਪਰ ਆਪਾਂ ਯੂਜੂਅਲੀ ਕਹਿ ਦੇਈਦਾ ਹਾਂ ਲੈ ਸਾਡੇ ਨਾਲ ਵੀ ਹੋਇਆ ਆ ਫੇਕ ਹੀ ਹੋਇਆ ਇਹ ਸਹਿ ਲਈਦਾ ਆ ਠੀਕ ਹੋ ਜਾਣਾ ਸਾਰਾ ਕੁਛ ਰਾਈਟ ਸਾਡਾ ਰਿਐਕਸ਼ਨ ਡਿਫਰੈਂਟ ਹੁੰਦਾ ਆ ਸੋ ਆਪਾਂ ਨੂੰ ਕੋਸ਼ਿਸ਼ ਕਰਨੀ ਪੈਣੀ ਆ ਸਾਰਿਆਂ ਨੂੰ ਸੁਣਨ ਦੀ ਤਾਂ ਜਦੋਂ ਸਾਨੂੰ ਲੱਗਦਾ ਆ ਕਿਤੇ ਅਬਿਊਜ਼ ਹੁੰਦੀ ਆ ਤਾਂ ਆਪਾਂ ਆਪ ਨਹੀਂ ਕਿਸੇ ਨੂੰ ਪੁੱਛਣਾ ਹੈਗਾ ਤੁਹਾਡੇ ਨਾਲ ਅਬਿਊਜ਼ ਹੁੰਦੀ ਆ ਡਾਕਟਰ ਗੋਮ ਇੱਕ ਚੀਜ਼ ਤੁਸੀਂ ਹੋਰ ਕਹੀ ਸੀ ਕਿ ਜਦੋਂ ਇਹ ਵੀਡੀਓ ਦੇ ਵਿੱਚ ਵੀ ਕਹੀ ਜਾ ਰਹੀ ਸੀ ਮੈਂ ਕੋਸ਼ਿਸ਼ ਕੀਤੀ ਠੀਕ ਕਰਨ ਦੀ ਪਰ ਕੁਝ ਹੋਇਆ ਨਹੀਂ ਆ ਤੇ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਬਚਿਆ ਇਹ ਰਸਤਾ ਕਿਉਂ ਨਹੀਂ ਬਚਦਾ ਕਿਸੇ ਦੇ ਕੋਲ ਰਸਤਾ ਸੁਸਾਈਡ ਕਰਨਾ ਕਿਵੇਂ ਬਚ ਜਾਂਦਾ ਹੈ ਕਿ ਸਾਡੀ ਸੋਸਾਇਟੀ ਇਹਨਾਂ ਚੀਜ਼ਾਂ ਨੂੰ ਸਮਝਦੀ ਨਹੀਂ ਹੈ ਸਪੈਸ਼ਲੀ ਜੇ ਬੰਦਾ ਵੀ ਬਾਹਰ ਜੇ ਲੈਟਸ ਸੇ ਕਿ ਕੋਈ ਚਲੋ ਇੱਥੇ ਫੀਮੇਲ ਦਾ ਕੇਸ ਹੈ ਤਾਂ ਅਸੀਂ ਫੀਮੇਲ ਦੇ ਕੇਸ ਦੀ ਪਹਿਲਾਂ ਗੱਲ ਕਰਾਂਗੇ ਵੀ ਜਦੋਂ ਫੀਮੇਲ ਜਦੋਂ ਬਾਹਰ ਆਉਂਦੀਆਂ ਨੇ ਜਾਂ ਉਹ ਦੱਸਣਾ ਚਾਹੁੰਦੀਆਂ ਨੇ ਵੀ ਸਾਡੇ ਨਾਲ ਇੱਦਾਂ ਦਾ ਚੀਜ਼ ਹੋ ਗਈ ਹੈ ਹੈ ਨਾ ਜਾਂ ਮਾਰ ਕੁਟਾਈ ਹੁੰਦੀ ਤਾਂ ਕੀ ਚੱਕਰ ਹੈ ਕੀ ਕੋਈ ਬਿਲੀਵ ਨਹੀਂ ਕਰਦਾ ਜਾਂ ਫਿਰ ਸੁਸਾਇਟੀ ਹੱਥ ਨਹੀਂ ਫੜਦੀ ਜਾਂ ਫਿਰ ਸਤਿ ਸ਼੍ਰੀ ਅਕਾਲ ਜੀ ਮੇਰੀ ਆਵਾਜ਼ ਆ ਰਹੀ ਹੈ ਜੀ ਜੀ ਮੈਨੂੰ ਕਾਲਰ ਦੀ ਆਵਾਜ਼ ਨਹੀਂ ਆ ਰਹੀ ਸੋ ਪਲੀਜ਼ ਅੱਜ ਤੁਹਾਡੀ ਕਾਲ ਜਿਹੜੀ ਹੈ ਮੈਂ ਅਟੈਂਡ ਨਹੀਂ ਕਰ ਪਾ ਰਹੀ ਸੌਰੀ ਜੀ ਆਈ ਥਿੰਕ ਕਿਸੇ ਟੈਕਨੀਕਲ ਇਸ਼ੂ ਕਰਕੇ ਤੁਹਾਡੀ ਸਾਰੇ ਦੀ ਆਵਾਜ਼ ਮੇਰੇ ਤੱਕ ਪਹੁੰਚ ਨਹੀਂ ਪਾ ਰਹੀ ਬਟ ਇਹਨੂੰ ਆਪਾਂ ਦੇਖ ਲਾਂਗੇ ਬਾਅਦ ਦੇ ਵਿੱਚ ਸੋ ਕੱਲ੍ਹ ਦੇ ਸ਼ੋਅ ਦੇ ਵਿੱਚ ਤੁਸੀਂ ਨਾਲ ਜ਼ਰੂਰ ਸਾਰੇ ਜਣੇ ਜੁੜਿਓ ਡਾਕਟਰ ਗੋਮ ਮੈਂ ਗੱਲ ਕਰ ਰਹੀ ਸੀ ਸੁਸਾਇਟੀ ਜਦੋਂ ਸੁਸਾਇਟੀ ਤੱਕ ਪਹੁੰਚਣਾ ਹੁੰਦਾ ਹੈ ਅਸੀਂ ਇੰਨਾ ਡਰਦੇ ਕਿਉਂ ਆ ਹਰ ਕੁੜੀ ਨੂੰ ਹਰ ਔਰਤ ਨੂੰ ਸਭ ਤੋਂ ਪਹਿਲਾਂ ਇਹ ਕਿਉਂ ਡਰ ਪੈ ਜਾਂਦਾ ਵੀ ਜੇ ਮੈਂ ਬਾਹਰ ਗਈ ਨਾ ਮੈਂ ਵੀਡੀਓ ਵੀ ਫੋਨ ਤੇ ਦਿਖਾ ਸਕਦੀ ਹਾਂ ਜਾਂ ਮੈਂ ਉਹਨਾਂ ਨੂੰ ਕਹਿ ਵੀ ਸਕਦੀ ਹਾਂ ਵੀ ਤੁਸੀਂ ਖੁਦ ਸਾਡੇ ਘਰਾਂ 'ਚੋਂ ਵੀ ਆਵਾਜ਼ਾਂ ਆਉਂਦੀਆਂ ਸੁਣਦੀਆਂ ਹੋਣਗੀਆਂ ਮਾਰ ਕੁਟਾਈ ਦੀਆਂ ਰੌਲੇ ਰੱਪੇ ਦੀਆਂ ਤਾਂ ਸੁਸਾਇਟੀ ਬਿਲੀਵ ਕਿਉਂ ਨਹੀਂ ਕਰਦੀ ਇੱਕ ਔਰਤ ਦੇ ਉੱਤੇ ਕਿਉਂ ਇਹ ਚੀਜ਼ ਕਹੀ ਜਾਂਦੀ ਆ ਵੀ ਇਹਨੂੰ ਘਰ ਦਾ ਮਸਲਾ ਤੇ ਘਰ ਦੇ ਵਿੱਚ ਹੀ ਨਿਪਟਾਓ ਤੇ ਘਰ 'ਚ ਤਾਂ ਨਿਪਟਣ ਦੇ ਹਾਲਾਤ ਅਸੀਂ ਦੇਖ ਹੀ ਲਏ ਕੀ ਸੀਗੇ ਜਾਂ ਇਹ ਬਹੁਤ ਹੀ ਇੱਦਾਂ ਇਹਨੂੰ ਸੋਸ਼ਲ ਕੰਟਰੋਲ ਅਸੀਂ ਕਹਿ ਦਿੰਦਾ ਆ ਕਿਉਂਕਿ ਐਕਸਪੈਕਟੇਸ਼ਨ ਹੋ ਜਾਂਦਾ ਆ ਕਿ ਕੁੜੀਆਂ ਨੂੰ ਆਵਾਜ਼ ਨਹੀਂ ਉਠਾਉਣੀ ਰਾਈਟ ਕਿਸੇ ਨੇ ਫੈਮਿਲੀ ਤੋਂ ਬਾਹਰ ਗੱਲ ਕਰਨੀ ਕਿਉਂਕਿ ਇਹ ਸਾਡੇ ਫੈਮਿਲੀ ਦਾ ਮਸਲਾ ਆ ਜਦੋਂ ਫਿਰ ਇਹ ਸਾਡੇ ਸੈਟ 'ਚ ਪੈ ਜਾਂਦਾ ਆ ਇਹਦੇ ਨਾਲ ਬੇਸ਼ੱਕ ਅਸੀਂ ਸਮਝੀਏ ਨਾ ਸਮਝੀਏ ਪਰ ਉਹ ਈਵਨ ਅਨਕੌਂਸ਼ੀਅਸਲੀ ਕੰਟਰੋਲ ਹੋ ਜਾਂਦਾ ਆ ਕਿ ਅਸੀਂ ਨਹੀਂ ਇੱਦਾਂ ਕਰਨਾ ਅਸੀਂ ਨਹੀਂ ਇੱਦਾਂ ਬਿਹੇਵ ਕਰ ਸਕਦੇ ਸੋ ਉਹ ਹੋ ਜਾਂਦਾ ਆ ਤਾਂ ਫਿਰ ਉਹ ਹੈਲਪ ਲਈ ਨਹੀਂ ਕਹਿੰਦੇ ਪਰ ਜਿਹੜੇ ਹੈਲਪ ਚਾਹੁੰਦੇ ਵੀ ਆ ਬਾਅਦ ਵੇਲੇ ਸਾਨੂੰ ਨਹੀਂ ਪਤਾ ਹੁੰਦਾ ਉਹਨਾਂ ਦੀ ਮਦਦ ਕਿੱਦਾਂ ਕਰਨੀ ਆ ਤਾਂ ਬਾਹਰਿਆਂ ਨੂੰ ਨਹੀਂ ਪਤਾ ਕਿ ਮਦਦ ਉਹ ਲੈ ਵੀ ਸਕਦੇ ਆ ਕਿੰਨਿਆਂ ਨੂੰ ਪਤਾ ਹੁੰਦਾ ਕਿ ਪੁਲਿਸ ਨੂੰ ਫੋਨ ਕਰ ਸਕਦੇ ਆ ਪਰ ਉਹਨਾਂ ਨੂੰ ਇੱਦਾਂ ਨਹੀਂ ਪਤਾ ਕਿ ਅਸੀਂ ਉੱਦਾਂ ਵੀ ਮਦਦ ਲੈ ਸਕਦੇ ਆ ਇੱਥੇ ਆਪਣੇ ਹੈਗਾ ਆ ਫੋਨ ਨੰਬਰ BC ਦਾ 211 ਜਿੱਥੇ ਜਿਹਨੂੰ ਵੀ ਮਦਦ ਚਾਹੀਦੀ ਉਹ ਫੋਨ ਕਰ ਸਕਦਾ ਪਰ ਇਹ ਨਹੀਂ ਕਿ ਪੁਲਿਸ ਨੂੰ ਰਿਪੋਰਟ ਆ ਇਹ ਦੋਨੇ ਸੈਪਰੇਟ ਆ ਇਹ ਵੀ ਵਾਲਿਆਂ ਨੂੰ ਨਹੀਂ ਪਤਾ ਹੈਗਾ ਉਹ ਕਹਿੰਦੇ ਆ ਕਿ ਜਦੋਂ ਜੇ ਅਸੀਂ ਮਦਦ ਲਈ ਜਾਈਏ ਤਾਂ ਪੁਲਿਸ 'ਚ ਰਿਪੋਰਟ ਬਣ ਜਾਣੀ ਆ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਉਹਨਾਂ ਨੂੰ ਪਿਆਰ ਹੁੰਦਾ ਆ ਉਸ ਬੰਦੇ ਦੇ ਨਾਲ ਤਾਂ ਉਹ ਚਾਹੁੰਦੇ ਨਹੀਂ ਉਹ ਜੇਲ੍ਹ ਨੂੰ ਜਾਣ ਬਾਕੀ ਬਾਅਦ ਵੇਲੇ ਹੋ ਜਾਂਦਾ ਆ ਕਿ ਫਾਈਨੈਂਸ਼ੀਅਲੀ ਜਾਂ ਫੈਮਿਲੀ ਨਹੀਂ ਬ੍ਰੇਕਅਪ ਕਰਨੀ ਨਿਆਣਿਆਂ ਦਾ ਕੀ ਹੋਊਗਾ ਇਹ ਸਾਰਾ ਕੁਛ ਉਹਨਾਂ ਦੇ ਮਨ 'ਚ ਫਿਰਦਾ ਰਹਿੰਦਾ ਆ ਤਾਂ ਇਸ ਕਰਕੇ ਬਹੁਤ ਨਹੀਂ ਰਿਪੋਰਟ ਕਰਦੇ ਜਿੱਦਾਂ ਮੈਂ ਕਿਹਾ ਸੀ 20% ਤੋਂ ਘੱਟੇ ਰਿਪੋਰਟ ਕਰਦੇ ਆ ਤਾਂ ਉਹ ਵੀ ਜਦੋਂ ਕਿੰਨੀ ਵਾਰ ਉਹਨਾਂ ਨਾਲ ਹੋਇਆ ਹੁੰਦਾ ਪਹਿਲੀ ਵਾਰ ਬਹੁਤ ਮੈਂ ਕੋਈ ਇਨਸੀਡੈਂਟ ਨਹੀਂ ਪੜਿਆ ਜਿੱਥੇ ਪਹਿਲੀ ਵਾਰ ਉਹ ਰਿਪੋਰਟ ਕਰ ਦਿੰਦੇ ਪੁਲਿਸ ਨੂੰ ਬਿਲਕੁਲ ਸੋ ਬਹੁਤ ਸਟੈਟਿਕਸ ਕਹਿੰਦੇ ਨੇ ਕਿ 3 ਵਿੱਚੋਂ ਜਾਂ 4 ਵਿੱਚੋਂ ਹਰ ਇੱਕ ਜਿਹੜੀ ਔਰਤ ਹੈ ਉਹ ਇੱਕ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀ ਹੈ ਅਮਰੀਕਾ ਦੇ ਅੰਕੜੇ ਵੀ ਇਹੀ ਚੀਜ਼ ਕਹਿੰਦੇ ਨੇ ਔਰ
ਬੰਦੇ ਜਿਹੜੇ, ਕਿਉਂਕਿ ਆਪਾਂ ਜਿਵੇਂ ਗੱਲ ਕਰਦੇ ਹਾਂ ਵੀ ਉਹ ਬਹੁਤ ਘੱਟ ਕੇਸਿਸ ਸਾਹਮਣੇ ਆਉਂਦੇ, ਪੁਲਿਸ ਰਿਪੋਰਟ ਜਿਹੜੀ ਹੈ ਘੱਟ ਆਉਂਦੀ ਹੈ ਬੰਦਿਆਂ ਦੇ ਕੇਸਿਸ ਦੀ, ਫੀਮੇਲਸ ਦੀ ਜ਼ਿਆਦਾ ਪਹੁੰਚਦੀ ਹੈ। ਤੇ ਇਹ ਆંકੜੇ ਸਾਹਮਣੇ ਆਣੇ ਜਾਂ ਇਹਨਾਂ ਦੇ ਉੱਤੇ ਗੱਲ ਕਰਨੀ, ਜਾਂ ਜਦੋਂ ਮਾਮਲੇ ਸਾਹਮਣੇ ਆ ਗਏ ਅਸੀਂ ਉਹਨਾਂ ਦੇ ਉੱਤੇ ਡਿਸਕਸ਼ਨਸ ਕਰ ਲੈਣੀ, ਇਹ ਕੀ ਇਦਾਂ ਹੀ ਸਿਲਸਿਲਾ ਚੱਲਦਾ ਰਹੂਗਾ ਜਾਂ ਇਹਦਾ ਕੋਈ ਪੱਕੇ ਤੌਰ ਦੇ ਉੱਤੇ ਕੋਈ ਹੱਲ ਹੈ? ਤੁਹਾਡੇ ਵਰਗੀਆਂ ਆਰਗੇਨਾਈਜੇਸ਼ਨਸ ਲੱਗੀਆਂ ਹੋਈਆਂ ਨੇ ਇਹਨਾਂ ਚੀਜ਼ਾਂ ਦੇ ਹੱਲ ਲੱਭਣ ਲਈ, ਬਹੁਤ ਮੈਨੂੰ ਲੱਗਦਾ ਹਜ਼ਾਰਾਂ ਲੱਖਾਂ ਦੁਨੀਆ ਦੇ ਹਰ ਕੋਨੇ ਦੇ ਵਿੱਚ ਸੰਸਥਾਵਾਂ ਲੱਗੀਆਂ ਹੋਣਗੀਆਂ ਇਸ ਚੀਜ਼ ਨੂੰ ਖਤਮ ਕਰਨ ਦੇ ਲਈ, ਪਰ ਇਹ ਕਿਉਂ ਖਤਮ ਨਹੀਂ ਹੋ ਰਹੀ? ਖਤਮ ਤਾਂ ਖਤਮ, ਘੱਟ ਕਿਉਂ ਨਹੀਂ ਹੋ ਰਹੀ? ਐਟਲੀਸਟ ਘੱਟ ਹੀ ਹੋ ਜਾਏ। ਇਹ ਖਤਮ ਨਹੀਂ ਹੋ ਰਹੀ ਬਿਕਾਜ਼ ਬਾਹਰੇ ਆਰਗੇਨਾਈਜੇਸ਼ਨ ਜਾਂ ਜਿਹੜੇ ਮਗਰੋਂ ਮਦਦ ਕਰਦੇ ਆ, ਉਦੋਂ ਸਾਡਾ ਸਾਰਾ ਸਟ੍ਰੈਸ ਕੋਪਿੰਗ ਮੈਕੈਨਿਜ਼ਮ, ਨਰਵਸ ਸਿਸਟਮ ਸਾਰਾ ਕੁਝ ਬਣਿਆ ਆ ਹੁੰਦਾ, ਤਾਂ ਜੇ ਟਰੀਟਮੈਂਟ ਵੀ ਕਰਨਾ ਆ ਬਹੁਤ ਸਾਲ ਲੱਗਦੇ ਆ ਸਾਨੂੰ ਬਦਲਣ ਨੂੰ। ਸੋ ਬੈਸਟ ਹੈਗਾ ਜਿਹੜੇ ਪ੍ਰੀਵੈਂਸ਼ਨ ਕਰਨਾ, ਤਾਂ ਉਹ ਬਹੁਤ ਘੱਟ ਆ। ਨਾਲੇ ਸਾਡੇ ਕੋਲ ਨੈਸ਼ਨਲ ਪਲਾਨ ਨਹੀਂ ਹੈਗੀ ਇਸ ਵੇਲੇ, ਫੈਡਰਲ ਗਵਰਨਮੈਂਟ ਲਿਖ ਰਹੀ ਆ ਪਰ ਹਲੇ ਰਿਲੀਜ਼ ਨਹੀਂ ਹੋਈ ਨੈਸ਼ਨਲ ਪਲਾਨ। ਸੋ ਉਹਦੇ 'ਚ ਚਾਹੀਦਾ ਆ ਜਿੱਦਾਂ ਆਸਟ੍ਰੇਲੀਆ ਨੇ ਕੀਤਾ ਆ ਕਿ ਸਾਰੇ ਅਕ੍ਰੋਸ ਕੈਨੇਡਾ ਸਾਨੂੰ ਅੰਗਰ ਕਰਨਾ ਚਾਹੀਦਾ ਕਿ ਸਾਰਾ ਕੋਆਰਡੀਨੇਟਡ ਐਫਰਟ ਹੋਵੇ। ਬਾਕੀ ਉਹਦੇ 'ਚ ਪ੍ਰਮੋਸ਼ਨ ਚਾਹੀਦੀ ਆ ਹੈਲਥੀ ਰਿਲੇਸ਼ਨਸ਼ਿਪਸ ਦੀ। ਅਸੀਂ ਇਕੱਲੇ ਨੈਵਰ ਕਰ ਰਹੇ ਹਾਂ, ਪਰ ਅਸੀਂ ਤਾਂ ਬਹੁਤ ਛੋਟੀ ਆਰਗੇਨਾਈਜੇਸ਼ਨ ਆ, ਤਾਂ ਸਾਰੇ ਵੋਲੰਟੀਅਰ ਆ, ਪਰ ਇਹ ਚਾਹੀਦਾ ਨੈਸ਼ਨਲ ਲੈਵਲ ਤੇ ਸਾਨੂੰ ਐਡਵਰਟਾਈਜ਼ਿੰਗ ਚਾਹੀਦੀ ਆ ਅਕ੍ਰੋਸ ਕੈਨੇਡਾ ਕਿ ਕਿੱਦਾਂ ਅਸੀਂ ਪ੍ਰੀਵੈਂਟ ਕਰਨਾ ਆ। ਕਿਉਂਕਿ ਜਿੰਨੇ ਮਰਜ਼ੀ ਅਸੀਂ ਪੈਸੇ ਪਾਈ ਜਾਈਏ ਸਰਵਿਸਿਜ਼ ਦੇ ਵਿੱਚ, ਕਦੇ ਇਨਫ ਨਹੀਂ ਹੁੰਦੀਆਂ। ਇਸ ਵੇਲੇ ਇਨਫ ਨਹੀਂ, ਆਪਣੇ ਕੋਲ ਹਾਊਸਿੰਗ ਇਨਫ ਨਹੀਂ, ਜੇ ਕਾਉਂਸਲਿੰਗ ਚਾਹੀਦੀ ਆ ਉਹਦੇ ਲਈ ਵੀ ਵੇਟ ਕਰਨਾ ਪੈਂਦਾ ਆ। ਸੋ ਜਦੋਂ ਬਾਅਦ ਵੇਲੇ ਬੰਦੇ ਫੋਨ ਕਰਦੇ ਆ ਉਹ ਵੀ ਫਰਸਟ੍ਰੇਟ ਹੋ ਜਾਂਦੇ ਆ, ਮਦਦ ਚਾਹੁੰਦੇ ਆ, ਪਰ ਕਾਉਂਸਲਿੰਗ ਮੇ ਵੀ 2 ਹਫ਼ਤਿਆਂ ਨੂੰ ਜਾਂ 6 ਮਹੀਨਿਆਂ ਨੂੰ। ਬਾਅਦ ਵੇਲੇ ਤੁਸੀਂ ਸਾਈਕੋਲੋਜਿਸਟ ਨੂੰ ਦੇਖਣਾ ਚਾਹੁੰਦੇ ਆ, ਉਹਨਾਂ ਨੂੰ ਤਾਂ ਕਿੰਨੇ ਮਹੀਨੇ ਲੱਗ ਜਾਂਦੇ, ਬਾਅਦ ਵੇਲੇ ਸਾਲ ਹੀ ਲੱਗ ਜਾਂਦੇ ਆ ਦੇਖਣ ਨੂੰ। ਉਹਨਾਂ ਨੂੰ ਤਾਂ ਬੰਦੇ ਦਾ ਪੇਸ਼ੈਂਸ ਲੈਵਲ ਹੀ ਖਤਮ ਹੋ ਜਾਂਦਾ। ਸੋ ਅਸੀਂ ਨੈਵਰ ਐਟਲੀਸਟ ਮਤਲਬ ਜੇ ਸਿਸਟਮ ਦੇ ਵਿੱਚ ਕਮੀਆਂ, ਤਾਂ ਸਿਸਟਮ ਸਲੋ ਵੀ ਬੜਾ ਹੈ। ਇੰਨੇ ਸਲੋ ਸਿਸਟਮ ਦੇ ਵਿੱਚ ਕੋਈ ਫਾਸਟ ਜੇ ਚੀਜ਼ ਅਪਣਾਊਗਾ ਤਾਂ ਉਹ ਸੁਸਾਇਡ ਹੀ ਅਪਣਾਏਗਾ, ਕਿਉਂਕਿ ਇੰਨੇ ਚੀਜ਼ ਤੱਕ ਜਾਣ ਦੀ ਤਾਂ ਹਿੰਮਤ ਹੀ ਬੰਦੇ ਦੀ ਗੁਆਚੀ ਹੁੰਦੀ ਹੈ। ਸੋ ਕਿਤੇ ਨਾ ਕਿਤੇ ਸਰਕਾਰਾਂ ਵਾਸਤੇ ਤਾਂ ਇਹ ਮੈਸੇਜ ਹੈ ਹੀ ਹੈ। ਨਾਲ ਦੀ ਨਾਲ ਜੋ ਤੁਸੀਂ ਸਮਝਾ ਰਹੇ ਸੀਗੇ ਵੀ ਔਰਤ ਦਾ ਮੁੰਡਾ ਹੋਣਾ, ਇਹ ਸਿਰਫ ਔਰਤ ਦੀ ਗਲਤੀ ਤਾਂ ਹੁੰਦੀ ਨਹੀਂ ਹੈ, ਇਹ ਤਾਂ ਟੋਟਲੀ ਮਰਦ ਦੇ ਉੱਤੇ ਡਿਪੈਂਡ ਕਰਦਾ ਹੈ। ਤਾਂ ਫਿਰ ਹਮੇਸ਼ਾ ਔਰਤ ਨੂੰ ਕਿਉਂ ਇਸ ਚੀਜ਼ ਦਾ ਹਮੇਸ਼ਾ ਸਦੀਆਂ ਤੋਂ ਚੱਲਦਾ ਆ ਰਿਹਾ, ਪੁਰਾਣੇ ਵਕਤਾਂ ਤੋਂ ਦੇਖਦੇ ਆ ਰਹੇ ਹਾਂ, ਅੱਜ ਵੀ ਸੁਸਾਇਟੀ ਦੇ ਵਿੱਚ ਇਹੀ ਤਾਨਾ, ਭਾਵੇਂ ਅੱਜ ਕੱਲ੍ਹ ਧੀਆਂ ਦੀ ਲੋਹੜੀ ਪੈਣ ਲੱਗ ਗਈ ਹੈ, ਪਰ ਤਾਨਾ ਉਹ ਫਿਰ ਵੀ ਬਰਕਰਾਰ ਹਰ ਫੈਮਿਲੀ ਦੇ ਵਿੱਚ ਰਹਿੰਦਾ ਵੀ ਮੁੰਡਾ ਨਹੀਂ ਹੋਇਆ। ਤੇ ਜੇ ਫਿਰ ਇਹ ਮਰਦਾਂ ਦੀ ਗਲਤੀ, ਜਿਵੇਂ ਕਿ ਤੁਸੀਂ ਸਪੰਦ ਦੇ ਹਿਸਾਬ ਦੇ ਨਾਲ ਸਮਝਾਇਆ ਸੀ, ਜੇ ਇਹ ਮਰਦਾਂ ਦੀ ਕਮੀ ਕਰਕੇ ਇਹ ਚੀਜ਼ ਹੁੰਦੀ ਹੈ ਵੀ ਕੁੜੀ ਦੇ ਮੁੰਡਾ ਨਹੀਂ ਹੋ ਪਾ ਰਿਹਾ, ਤਾਂ ਫਿਰ ਇਹ ਚੀਜ਼ ਕੀ ਸੋਸਾਇਟੀ 'ਚ ਕਿਸੇ ਨੂੰ ਨੌਲੇਜ ਨਹੀਂ ਹੈ ਇਸ ਚੀਜ਼ ਦੀ ਵੀ ਜਿਹੜਾ ਕੁੜੀਆਂ ਨੂੰ ਹੀ ਇਸ ਚੀਜ਼ ਦੇ ਤਾਨੇ ਵੱਜਦੇ ਰਹਿੰਦੇ ਆ ਵੀ ਤੇਰੇ ਮੁੰਡਾ ਨਹੀਂ ਹੋਇਆ ਤੇ ਤੂੰ ਤਾਂ ਬਸ ਖਤਮ ਹੈ, ਤੇਰੀ ਜਗ੍ਹਾ ਤੇ ਕੋਈ ਹੋਰ ਆ ਜਾਣੀ ਚਾਹੀਦੀ ਹੈ, ਜਾਂ ਫਿਰ ਬਾਹਰ ਅਫੇਅਰ ਚੱਲਣੇ ਸ਼ੁਰੂ ਹੋ ਜਾਂਦੇ, ਜਾਂ ਸਾਰੀ ਉਮਰ ਮੁੰਡੇ ਦੇ ਤਾਨੇ ਸੁਣ ਕੇ ਕੁੜੀ ਆਪਣੀ ਜ਼ਿੰਦਗੀ ਵਿਚਾਰੀ ਕੱਢ ਦਿੰਦੀ ਰੋ ਰੋ ਕੇ। ਡਾਕਟਰ ਗਮ, ਤੁਸੀਂ ਤਾਂ ਇੱਕ ਡਾਕਟਰ ਹੋ, ਇੱਕ ਕੀ ਸਮਝ ਨਹੀਂ, ਨੌਲੇਜ ਨਹੀਂ ਹੈਗੀ ਕਿਸੇ ਨੂੰ ਇਸ ਚੀਜ਼ ਦੀ? ਇਹ ਸਾਰਿਆਂ ਨੂੰ ਨੌਲੇਜ ਨਹੀਂ ਹੈਗੀ। ਮੈਨੂੰ ਤਾਂ ਮੇਰੇ ਖਿਆਲ 1990s ਲੇਟ 1980s ਤੋਂ ਲੱਗ ਕੇ ਇਹ ਸਮਝਾਉਣ ਦੀ ਕੋਸ਼ਿਸ਼ ਆ, ਪਰ ਸਾਡੀ ਆਵਾਜ਼ ਓਨਲੀ ਸੋ ਫਾਰ ਜਾਂਦੀ ਆ। ਸਾਰੇ ਨਹੀਂ ਇੱਦਾਂ ਦੱਸਦੇ ਕਮਿਊਨਿਟੀ ਦੇ ਵਿੱਚ ਕਿ ਅੰਡਰਸਟੈਂਡ ਨਹੀਂ ਕਰਦੇ ਜਾਂ ਇੱਕ ਦੂਏ ਨੂੰ ਨਹੀਂ ਦੱਸਦੇ, ਕਿ ਸਾਰਿਆਂ ਨੂੰ ਹੱਲੇ ਤਾਂ ਹੀ ਨਹੀਂ ਪਤਾ ਕਿ ਇਹ ਕਿੱਥੋਂ ਸ਼ੁਰੂ ਹੁੰਦਾ ਆ। ਜਦੋਂ ਬੱਚਾ ਡਿਵੈਲਪ ਹੁੰਦਾ ਆ ਉਹ ਹੁੰਦਾ ਮਰਦਾਂ ਤੋਂ, ਪਰ ਮੈਂ ਦੇਖਿਆ ਆਪਣੀ ਕਮਿਊਨਿਟੀ 'ਚ ਕਹਿ ਦਿੰਦੇ ਉਹ ਇਹਦਾ ਹੋਰ ਵਿਆਹ ਕਰ ਦਿੰਦੇ ਆ। ਹਾਂ ਬਿਲਕੁਲ, ਉਹਦਾ ਕੋਈ ਫਾਇਦਾ ਨਹੀਂ ਹੈਗਾ, ਬਿਕਾਜ਼ ਚਾਂਸਸ ਤਾਂ ਸੇਮ ਆ ਉਸੇ ਔਰਤ ਨਾਲ ਵੀ ਜਾਂ ਹੋਰ ਔਰਤ ਨਾਲ, ਬਿਕਾਜ਼ ਸਪਰਮ ਆਉਂਦਾ ਆ ਬੰਦੇ ਤੋਂ, ਹੈ ਨਾ, ਤੇ ਬੰਦਾ ਤਾਂ ਉਹੀ ਹੈ ਨਾ ਯਾਰ, ਬੰਦਾ ਬਦਲਣਾ ਚਾਹੀਦਾ। ਆਪਾਂ ਏਦਾਂ ਵੀ ਕਹਿ ਸਕਦੇ ਆ, ਪਰ ਮੈਂ ਤਾਂ ਕਹੂੰਗੀ ਇਹ ਆਪਾਂ ਨੂੰ ਕੋਈ ਸੋਚ ਨਹੀਂ ਚਾਹੀਦੀ। ਇਹ ਚਾਹੀਦਾ ਆ ਕਿ ਸਿਖਾਲਣਾ ਸਾਰਿਆਂ ਨੂੰ ਕਿ ਕੁੜੀ ਹੋਵੇ ਮੁੰਡਾ ਹੋਵੇ, ਸਾਰੇ ਇੱਕੋ ਜਿਹੇ ਆ ਸਾਰੇ। ਔਰ ਕਿੰਨੀ ਮਾੜੀ ਗੱਲ ਹੈ ਕਿ ਜਦੋਂ ਬੰਦਿਆਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਇਹ ਚੀਜ਼ ਉਹਨਾਂ ਦੇ ਨਾਲ ਰਿਲੇਟਡ ਹੈ, ਪਰ ਉਸ ਕਮੀ ਨੂੰ, ਮਤਲਬ ਇੱਕ ਬੰਦੇ ਨੇ ਆਪਣੀ ਕਮੀ ਨੂੰ ਕਦੀ ਵੀ ਜਾਣਨਾ ਨਹੀਂ ਹੈ ਕਿ ਮੇਰੇ 'ਚ ਤਾਂ ਕਮੀ ਹੋ ਹੀ ਨਹੀਂ ਸਕਦੀ, ਤਾਂ ਔਰਤ ਹੈ ਤੇ ਔਰਤ ਵਿੱਚ ਇਹ ਕਮੀ ਹੋ ਸਕਦੀ ਹੈ। ਇੱਕ ਸਟ੍ਰੇਂਜ ਕਿ ਬਾਕੀ
ਮੈਨੂੰ ਲੱਗਦਾ ਇਸ ਟੌਪਿਕ ਦੇ ਵਿੱਚੋਂ ਇਹ ਬੜੀ ਵੱਡੀ ਇੱਕ ਚੀਜ਼ ਨਿਕਲ ਕੇ ਵੀ ਸਾਹਮਣੇ ਆ ਰਹੀ ਹੈ। ਛੋਟੇ ਛੋਟੇ ਚੀਜ਼ਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਦੀ ਨੌਲੇਜ ਸਾਹਮਣੇ ਆਉਂਦੀ ਹੈ ਕਿ ਜਿਹੜੇ ਲੋਕ ਇਹੀ ਸੋਚਦੇ ਸਾਰੀ ਉਮਰ ਕੱਢ ਦਿੰਦੇ ਨੇ ਵੀ ਔਰਤ ਦੇ ਵਿੱਚ ਕਮੀ ਹੈ ਕਿਉਂਕਿ ਔਰਤ ਨੇ ਮੁੰਡਾ ਪੈਦਾ ਨਹੀਂ ਕੀਤਾ, ਤਾਂ ਅੱਜ ਐਟਲੀਸਟ ਉਹਨਾਂ ਨੂੰ ਕਮੀ ਪਤਾ ਲੱਗ ਜਾਏ ਵੀ ਕਮੀ ਕਿਹੜੇ ਵਾਲੇ ਪਲੇਟਫਾਰਮ ਤੇ ਹੈਗੀ ਹੈ, ਵੀ ਕਮੀ ਬੰਦਿਆਂ ਦੇ ਵਿੱਚ ਹੁੰਦੀ ਹੈ, ਜਿਹਦੇ ਕਰਕੇ ਔਰ ਇੱਕ ਮੁੰਡੇ ਦਾ ਪੈਦਾ ਹੋਣਾ ਜਾਂ ਕੁੜੀ ਦਾ ਪੈਦਾ ਹੋਣਾ ਉਹ ਸਿਰਫ ਔਰਤ ਦੇ ਉੱਤੇ ਡਿਪੈਂਡ ਨਹੀਂ ਕਰਦਾ, ਉਹ ਇੱਕ ਮੇਲ ਦੇ ਉੱਤੇ ਡਿਪੈਂਡ ਕਰਦਾ। ਜਿਵੇਂ ਕਿ ਡਾਕਟਰ ਗੋਮ ਨੇ ਸਾਨੂੰ ਬਰੀਕੀ ਦੇ ਨਾਲ ਸਮਝਾ ਵੀ ਦਿੱਤਾ ਵੀ ਉਹ ਕਿਵੇਂ ਚੀਜ਼ਾਂ ਹੁੰਦੀਆਂ ਨੇ। ਡਾਕਟਰ ਗੋਮ, ਹੁਣ ਇਸ ਮਾਮਲੇ ਦੇ ਵਿੱਚ ਨੋ ਡਾਊਟ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਕੀ ਹੋਣਾ ਕੀ ਨਹੀਂ ਇਹ ਸਭ ਚੀਜ਼ਾਂ ਹੈ, ਔਰ ਸਾਨੂੰ ਵੀ ਇਹਦੇ ਸਾਰੇ ਪਹਿਲੂ, ਕਿਉਂਕਿ ਅਸੀਂ ਉੱਥੇ ਮੌਜੂਦ ਨਹੀਂ ਹਾਂ, ਅਸੀਂ ਵੀ ਬਿਨਾਂ ਜਾਂਚ ਪੜਤਾਲ ਦੇ ਕੁਝ ਕਰ ਨਹੀਂ ਸਕਦੇ ਜਾਂ ਕੋਈ ਗੱਲ ਇੱਦਾਂ ਕਿਸੇ ਦੇ ਉੱਤੇ ਅਸੀਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਪਰ ਹਾਂ ਕਿਤੇ ਨਾ ਕਿਤੇ ਇਹ ਤਾਂ ਹੈ ਕਿ ਸੁਸਾਇਟੀ ਜ਼ਿੰਮੇਵਾਰ ਹੈ, ਨਾ ਉਹ ਔਰਤ ਸੀ ਜਿਹਨੇ ਸੁਸਾਈਡ ਕਰ ਲਈ, ਨਾ ਉਹ ਮਰਦ ਸੀ ਜਿਹੜਾ ਆਪਣੀ ਔਰਤ ਦੇ ਉੱਤੇ ਹੱਥ ਚੁੱਕਦਾ ਸੀਗਾ। ਕਿਤੇ ਨਾ ਕਿਤੇ ਸੁਸਾਇਟੀ ਜ਼ਿੰਮੇਵਾਰ ਤਾਂ ਹੈ ਜਿਹੜੀ ਕਿ ਇੰਨੀ ਆਜ਼ਾਦੀ ਹੀ ਨਹੀਂ ਦਿੰਦੀ ਕਿ ਉਹਨਾਂ ਦੇ ਕੋਲ ਕੁੜੀਆਂ ਆਉਣ ਤੇ ਆ ਕੇ ਸ਼ੇਅਰ ਕਰ ਸਕਣ ਤਾਂ ਇਹਨਾਂ ਮਸਲਿਆਂ ਦਾ ਹੱਲ ਹੋ ਸਕੇ। ਨੋ ਤੁਸੀਂ ਬਿਲਕੁਲ ਠੀਕ ਆ। ਸੋਸਾਇਟੀ ਜਿਹੜੇ ਆਪਣੇ ਕਲਚਰ ਕ੍ਰੀਏਟ ਕਰਦੇ ਆ ਆਪਾਂ ਬਹੁਤ ਪ੍ਰਮੋਟ ਕਰੀਦਾ ਕਿ ਸਾਡਾ ਪੰਜਾਬੀ ਕਲਚਰ ਬਹੁਤ ਚੰਗਾ ਆ, ਪਰ ਇਹ ਨਹੀਂ ਅਸੀਂ ਨਾਲ ਕਹਿੰਦੇ ਜੋ ਕੁਛ ਨਹੀਂ ਠੀਕ ਸਾਡੇ ਕਲਚਰ ਦੇ ਵਿੱਚ ਤਾਂ ਸਾਨੂੰ ਕੌਨਸ਼ੀਅਸਲੀ ਬਦਲਣਾ ਚਾਹੀਦਾ ਆ। ਜਿੱਦਾਂ ਮੈਂ ਕਿਹਾ ਸਕਾਲਾ ਨਹੀਂ ਬਦਲਣਾ, ਇਹ ਨਹੀਂ ਕਿ ਅੱਜ ਮੈਂ ਡਿਸਾਈਡ ਕਰ ਲਿਆ ਜੀ ਅਸੀਂ ਕਲਚਰ ਬਦਲ ਦੇਣਾ, ਉਹ ਨਹੀਂ ਬਦਲ ਹੋਣਾ। ਸਾਨੂੰ ਐਟਲੀਸਟ 5 ਜਨਰੇਸ਼ਨ ਲੱਗਣੇ ਆ, ਰਾਈਟ, ਬਿਕਾਜ਼ ਜਿਹੜਾ ਸਾਡੇ ਬਿਲੀਫ ਸਿਸਟਮ ਜਾਂ ਸਾਡਾ ਨਰਵਸ ਸਿਸਟਮ ਜਾਂ ਉਹ ਜੈਨੇਟਿਕ ਮਟੀਰੀਅਲ ਨਾਲ ਟ੍ਰਾਂਸਫਰ ਹੁੰਦਾ ਇੱਕ ਤੋਂ ਦੂਏ ਤੇ ਜੀ, ਰਾਈਟ, ਜਨਰੇਸ਼ਨਸ ਲਈ। ਸੋ ਜੋ ਹਰੇਕ ਜਨਰੇਸ਼ਨ ਕੋਸ਼ਿਸ਼ ਕਰੇ ਤਾਂ ਇਹ ਨਹੀਂ ਇਕੱਲਾ ਆਪਾਂ ਪੰਜਾਬੀ ਜਿਹੜੇ ਹੈਗੇ ਆ ਉਹ ਕੋਸ਼ਿਸ਼ ਕਰੀਏ, ਜਦ ਤਾਈਂ ਸਾਰੀ ਦੁਨੀਆ ਨਹੀਂ ਕੋਸ਼ਿਸ਼ ਕਰਦੀ, ਜਿਹੜੇ ਗਾਣੇ ਲਿਖਦੇ ਆ ਉਹ ਨਹੀਂ ਕੋਸ਼ਿਸ਼ ਕਰਦੇ, ਗਾਉਣ ਵਾਲੇ ਨਹੀਂ, ਮੂਵੀਆਂ ਬਣਾਉਣ ਵਾਲੇ ਨਹੀਂ, ਆਪਾਂ ਨਿਊਜ਼ ਦੇਣ ਵਾਲੇ ਨਹੀਂ, ਸਾਰੇ ਜਦ ਤਾਈਂ ਆਪਾਂ ਸਵਿਚ ਨਹੀਂ ਕਰਦੇ ਕਿ ਸਾਨੂੰ ਸਾਰਿਆਂ ਨੂੰ ਇਕੁਅਲ ਰੱਖਣਾ ਚਾਹੀਦਾ। ਇਹ ਨਹੀਂ ਕਿ ਕੁੱਟ ਮਾਰਨ ਦੀ ਗੱਲ ਕਰਨੀ ਚਾਹੀਦੀ ਆ, ਸਾਨੂੰ ਗੱਲ ਕਰਨੀ ਚਾਹੀਦੀ ਆ ਕਿ ਕਿੱਦਾਂ ਅਸੀਂ ਰਿਸਪੈਕਟਫੁਲ ਕੇਅਰਿੰਗ ਹਿਊਮਨ ਬੀਇੰਗਸ ਰਹਿ ਸਕਦੇ ਹਾਂ, ਕਿੱਦਾਂ ਆਪਾਂ ਇੱਕ ਦੂਏ ਦੀ ਮਦਦ ਕਰ ਸਕਦੇ ਹਾਂ, ਇਹ ਨਹੀਂ ਕਿੱਦਾਂ ਇੱਕ ਦੂਏ ਨੂੰ ਥੱਲੇ ਸੱਟ ਸਕਦੇ ਹਾਂ, ਪਰ ਕਿੱਦਾਂ ਅਪਲਿਫਟ ਕਰ ਸਕਦੇ ਹਾਂ। ਜੇ ਇਹ ਐਟੀਟਿਊਡ ਆਪਾਂ ਕੋਸ਼ਿਸ਼ ਕਰੀਏ ਆਪਣੇ ਆਪ 'ਚ ਪੈਦਾ ਕਰਨ ਦੀ, ਫਿਰ ਆਪਾਂ ਸਾਡੀ ਕਲਚਰ ਬਦਲ ਸਕਦੇ ਹਾਂ, ਪਰ ਉੱਥੇ ਹੀ ਨਹੀਂ ਹੋਣਾ। ਸੋ ਮੈਂ ਕਹਿੰਦੀ ਹੁੰਦੀ ਮੇਰੇ ਲਾਈਫ ਟਾਈਮ 'ਚ ਨਹੀਂ ਕਦੇ ਹੋਣਾ, ਬੇਸ਼ੱਕ ਮੈਂ ਸਾਰੇ ਐਡਲਟ ਲਾਈਫ ਵਿੱਚ ਇਹ ਕੋਸ਼ਿਸ਼ ਕਰ ਰਹੀ ਹਾਂ ਕਿ ਐਕੁਇਟੀ ਹੋਵੇ ਮੇਲ ਐਂਡ ਫੀਮੇਲਸ ਦੇ ਵਿੱਚ। ਬਿਲਕੁਲ, ਬਾਕੀ ਉਸ ਵਕਤ ਦਾ ਡਾਕਟਰ ਗੋਮ ਅਸੀਂ ਸਾਰੇ ਇੰਤਜ਼ਾਰ ਕਰ ਰਹੇ ਹਾਂ ਕਿ ਇਹ ਲਾਹਨਤਾਂ ਜਿਹੜੀਆਂ ਸਾਡੀ ਸੁਸਾਇਟੀ ਨੂੰ ਚਿੰਬੜੀਆਂ ਹੋਈਆਂ ਇਹਨਾਂ ਤੋਂ ਐਟਲੀਸਟ ਨਿਜਾਤ ਮਿਲ ਸਕੇ। ਡਾਕਟਰ ਗੋਮ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਇਸ ਬਹੁਤ ਹੀ ਅਹਿਮ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ। ਥੈਂਕ ਯੂ ਸੋ ਮਚ। ਥੈਂਕ ਯੂ ਸ਼ੈਰੀ। ਡਾਕਟਰ ਗੋਮ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਸਾਰੀਆਂ ਗੱਲਾਂ ਸਮਝ ਆਈਆਂ। ਅਮਰੀਕਾ ਦੇ ਵਿੱਚ ਇਹ ਮਾਮਲਾ ਸਾਹਮਣੇ ਜਦੋਂ ਆਇਆ ਤਾਂ ਗੱਲ ਕਰਨੀ ਤਾਂ ਬਣਦੀ ਹੈ। ਮਾਮਲਾ ਹਾਲਾਂਕਿ ਪਹਿਲਾਂ ਨਹੀਂ ਹੈ, ਪਤਾ ਨਹੀਂ ਕਿੰਨੇ ਮਾਮਲੇ ਆ ਚੁੱਕੇ ਨੇ, ਕੌਣ ਕਦੀ ਕੋਈ ਬੰਦਾ ਸੁਸਾਈਡ ਕਰ ਲੈਂਦਾ, ਕਦੀ ਕੋਈ ਫੀਮੇਲ ਸੁਸਾਈਡ ਕਰ ਲੈਂਦੀ ਹੈ, ਕਦੀ ਕਿਸੇ ਦੇ ਬਜ਼ੁਰਗ ਸੁਸਾਈਡ ਕਰ ਲੈਂਦੇ ਨੇ, ਜਾਂ ਉਹ ਵਿਚਾਰੇ ਤਾਂ ਉਮਰ ਇਹ ਤਸ਼ੱਦਦ ਸਹਿੰਦੇ ਰਹਿੰਦੇ ਨੇ। ਸੋ ਘਰੇਲੂ ਹਿੰਸਾ ਇੱਕ ਪਰਿਵਾਰ ਦੀ ਜਿਹੜੀ ਬਣਾਵਟ ਹੈ, ਪਰਿਵਾਰ ਨੂੰ ਜਦੋਂ ਬਣਾਇਆ ਜਾਂਦਾ ਤਾਂ ਬੜਾ ਖੂਬਸੂਰਤ ਸ਼ਬਦ ਹੈ ਪਰਿਵਾਰ। ਇੱਕ ਉਹ ਵੇਲਾ ਹੁੰਦਾ ਸੀ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਇੱਕ ਪਰਿਵਾਰ ਦੇ 10-10, 15-15 ਮੈਂਬਰ ਇਕੱਠੇ ਰਹਿੰਦੇ ਹੁੰਦੇ ਸੀ, ਜੁਆਇੰਟ ਫੈਮਲੀਆਂ ਜਿਹਨਾਂ ਨੂੰ ਕਹਿੰਦੇ ਸੀਗੇ। ਤਾਂ ਉਹ ਵੀ ਤਾਂ ਰਹਿੰਦੇ ਸੀਗੇ, ਉਹਨਾਂ 'ਚੋਂ ਚੰਗੀਆਂ ਚੀਜ਼ਾਂ ਵੀ ਤਾਂ ਕੱਢ ਕੇ ਅਸੀਂ ਅਡੋਪਟ ਕਰ ਸਕਦੇ ਹਾਂ, ਅਸੀਂ ਮਾੜੀਆਂ ਨੂੰ ਕਿਉਂ ਕਰ ਰਹੇ ਹਾਂ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK ਦੇ ਵਿੱਚ ਜਦੋਂ ਅਸੀਂ ਆ ਗਏ ਹਾਂ ਤਾਂ ਇੱਥੇ ਆਏ ਹਾਂ ਅਸੀਂ ਚੰਗੀ ਜ਼ਿੰਦਗੀ ਦੇ ਲਈ, ਬਿਹਤਰ ਫਿਊਚਰ ਦੇ ਲਈ, ਆਪਣੇ ਬੱਚਿਆਂ ਨੂੰ ਚੰਗਾ ਸਿਸਟਮ ਦੇਣ ਦੇ ਲਈ, ਚੰਗੀ ਲਾਈਫ ਦੇਣ ਦੇ ਲਈ ਜਿਹੜੀ ਆਪਾਂ ਨੂੰ ਨਹੀਂ ਮਿਲੀ ਹੋਣੀ। ਪਰ ਜੇ ਅਸੀਂ ਇੱਦਾਂ ਦੀਆਂ ਹਰਕਤਾਂ ਇੱਥੇ ਆ ਕੇ ਕਰਨੀਆਂ ਤਾਂ ਅਸੀਂ ਆਪਣੇ ਬੱਚਿਆਂ ਨੂੰ ਕੀ ਪਰੋਸ ਰਹੇ ਹਾਂ, ਕੀ ਦੇ ਰਹੇ ਹਾਂ। ਮੇਰੇ ਖਿਆਲ 'ਚ ਤੁਸੀਂ ਸਾਰੇ ਸਮਝਦਾਰ ਹੋ, ਸਾਰੇ ਸਮਝ ਸਕਦੇ ਹੋ। ਸੋ ਇਹ ਮੁੰਡਾ ਕੁੜੀ ਵਾਲੀ ਜਿਹੜੀ ਚੀਜ਼ ਹੈ ਇਹਦੇ 'ਤੇ ਵੀ ਪਲੀਜ਼ ਮੈਂ ਫੋਕਸ ਕਰਨਾ ਚਾਹਾਂਗੀ। ਇਹ ਮੁੰਡਾ ਕੁੜੀ ਵਾਲੀ ਜਿਹੜੀ ਹੈ ਇਸ ਚੀਜ਼ ਤੋਂ ਬਾਹਰ ਆ ਜਾਓ। ਮੁੰਡੇ ਕੁੜੀਆਂ ਦੇ ਵਿੱਚ ਫ਼ਰਕ ਅਸੀਂ ਪਰਿਵਾਰਕ ਮੈਂਬਰ ਹੀ ਕਰਦੇ ਹਾਂ, ਬਾਹਰ ਸੁਸਾਇਟੀ ਦੇ ਵਿੱਚ ਨਹੀਂ ਹੁੰਦਾ। ਇਹਨਾਂ ਚੀਜ਼ਾਂ ਨੂੰ ਛੱਡੀਏ। ਪਰਿਵਾਰਾਂ ਦੇ ਵਿੱਚ ਜਦੋਂ ਇਹ ਚੀਜ਼ਾਂ ਛੱਡੀਆਂ ਜਾਣਗੀਆਂ ਨਾ ਤਾਂ ਸੁਸਾਇਟੀ ਦੇ ਵਿੱਚ ਵੀ ਤੁਹਾਡੀ ਕੁੜੀ ਨੂੰ, ਤੁਹਾਡੇ ਮੁੰਡੇ ਨੂੰ ਇੱਜ਼ਤ ਮਿਲੂਗੀ। ਸੋ ਕਿਤੇ ਨਾ ਕਿਤੇ ਇਹ ਜਿਹੜੇ ਮਰਦਾਂ ਦੇ ਵਿੱਚ ਇਹ ਚੀਜ਼ ਹੁੰਦੀ ਹੈ ਵੀ ਔਰਤ ਜਿਹੜੀ ਹੈ ਮੇਰੀ ਘਰ ਵਾਲੀ ਹੈ, ਇਹ ਮੁੰਡਾ ਪੈਦਾ ਨਹੀਂ ਕਰ ਪਾ ਰਹੀ ਤਾਂ ਇਹ ਕਮੀ ਇਹਦੇ ਵਿੱਚ ਹੈ, ਉਹਦੀ ਥਾਂ 'ਤੇ ਹੋਰ ਔਰਤ ਲਿਆਓ। ਇਹ ਕਮੀ ਤੁਸੀਂ ਪਲੀਜ਼ ਥੋੜ੍ਹਾ ਜਾਣਨ ਦੀ ਕੋਸ਼ਿਸ਼ ਕਰੋ। ਮੈਡੀਕਲ ਤੌਰ ਦੇ ਉੱਤੇ ਵੀ ਇਹ ਕਮੀ ਇੱਕ ਔਰਤ ਦੇ ਵਿੱਚ ਨਹੀਂ ਹੁੰਦੀ, ਇੱਕ ਮਰਦ ਦੇ ਵਿੱਚ ਹੁੰਦੀ ਹੈ ਕਿ ਮੁੰਡਾ ਪੈਦਾ ਹੋਣਾ ਜਾਂ ਕੁੜੀ। ਸੋ ਇਸ ਕਮੀ ਨੂੰ ਅਪਣਾ ਲਓ ਪਲੀਜ਼, ਇਹਨੂੰ ਅਡੋਪਟ ਕਰ ਲਓ, ਕਿਉਂਕਿ ਇਹ ਤੁਹਾਨੂੰ
ਕਮੀ ਆਪਣੇ ਆਪ ਦੇ ਵਿੱਚ ਮੰਨਣਾ ਕੋਈ ਗਲਤ ਚੀਜ਼ ਨਹੀਂ ਹੁੰਦੀ। ਜੇ ਤੁਸੀਂ ਇਸ ਚੀਜ਼ ਨੂੰ ਮੰਨ ਲਓਗੇ ਵੀ ਹਾਂ ਸਾਡੀ ਘਾਟ ਕਰਕੇ ਮੁੰਡਾ ਨਹੀਂ ਹੋ ਰਿਹਾ, ਬੜੇ ਪਰਿਵਾਰ ਸੁਖੀ ਵਸ ਜਾਣਗੇ, ਕਿਉਂਕਿ ਇਹ ਤਾਂ ਮੈਡੀਕਲ ਹੀ ਹੈ ਇਸ਼ੂ, ਇਹ ਕੋਈ ਦੁਨੀਆਦਾਰੀ ਦਾ ਤਾਂ ਬਣਾਇਆ ਨਹੀਂ ਹੋਇਆ। ਔਰਤਾਂ ਨੂੰ ਬਖਸ਼ ਦਿਓ ਇਹਨਾਂ ਚੀਜ਼ਾਂ ਦੇ ਵਿੱਚ, ਪਲੀਜ਼ ਆਪਣੀ ਮੈਂਟੈਲਿਟੀ ਨੂੰ ਥੋੜ੍ਹਾ ਜਿਹਾ ਬਦਲੋ। ਘਰੇਲੂ ਹਿੰਸਾ ਹੈ, ਇਹਨੂੰ ਸੁਸਾਇਟੀ ਦੇ ਵਿੱਚੋਂ ਖਤਮ ਕਰਨਾ ਜ਼ਰੂਰੀ ਹੈ। ਗੰਦੀ ਲਾਹਨਤ ਹੈ ਜਿਹੜੀ ਸਾਡੇ ਕਲਚਰ ਨੂੰ, ਸਾਡੀ ਸੁਸਾਇਟੀ ਨੂੰ ਚਿੰਬੜੀ ਹੋਈ ਹੈ, ਤੇ ਸਾਡੀ ਪਛਾਣ ਬੜੇ ਚੰਗੇ ਤਰੀਕੇ ਨਾਲ ਲੋਕਾਂ ਦੇ ਵਿੱਚ ਜਦੋਂ ਆਉਂਦੀ ਹੈ, ਪਰ ਜਦੋਂ ਇੱਦਾਂ ਦੀਆਂ ਵੀਡੀਓ ਆਉਂਦੀਆਂ ਨਾ, ਉਹ ਪਛਾਣ ਢੱਕ ਜਾਂਦੀ ਹੈ ਕਿਤੇ ਨਾ ਕਿਤੇ, ਕਿਉਂਕਿ ਇਹ ਗੰਦਗੀ ਜਿਹੜੀ ਹੈ ਇਹ ਵੀ ਸਾਡੀ ਸੁਸਾਇਟੀ ਦਾ ਹਿੱਸਾ ਹੈ, ਸਾਡੇ ਕਲਚਰ ਦਾ ਹਿੱਸਾ ਬਣ ਕੇ ਸਾਡੇ ਨਾਲ ਚੱਲੀ ਜਾਂਦੀ ਹੈ। ਕਲਚਰ ਦੇ ਵਿੱਚ ਚੰਗੀਆਂ ਚੀਜ਼ਾਂ ਨੇ, ਉਹਨਾਂ ਨੂੰ ਅਡਾਪਟ ਕਰੋ, ਮਾੜੀਆਂ ਨੂੰ ਤਿਆਗ ਦਿਓ ਪਲੀਜ਼। ਇਸ ਮੁੱਦੇ ਦੇ ਉੱਤੇ ਅੱਗੇ ਵੀ ਅਸੀਂ ਗੱਲਬਾਤ ਕਰਦੇ ਰਹਾਂਗੇ, ਹਰ ਐਂਗਲ ਹਰ ਪਹਿਲੂ ਤੋਂ ਅਸੀਂ ਇਸ ਮੁੱਦੇ ਤੇ ਜਾਵਾਂਗੇ ਕਿ ਇੱਦਾਂ ਦੇ ਇਸ਼ੂ ਦੇ ਉੱਤੇ ਐਟਲੀਸਟ ਸਾਰਿਆਂ ਨੂੰ ਅਵੇਅਰਨੈਸ ਜ਼ਰੂਰ ਹੋ ਸਕੇ, ਤੇ ਅੱਗੇ ਤੋਂ ਕੋਈ ਮਨਦੀਪ ਕੌਰ ਸੁਸਾਈਡ ਨਾ ਕਰੇ, ਤੇ ਅੱਗੇ ਤੋਂ ਕੋਈ ਪਤੀ ਜਿਹੜਾ ਹੈ ਉਹ ਆਪਣੀ ਵਹੁਟੀ ਦੇ ਉੱਤੇ ਐਲੀਗੇਸ਼ਨ ਲਗਾ ਕੇ ਆਪਣਾ ਬਚਾਅ ਨਾ ਕਰਦਾ ਹੋਵੇ, ਘਰੇਲੂ ਹਿੰਸਾ ਪਰਿਵਾਰਾਂ ਦੇ ਵਿੱਚ ਖਤਮ ਹੋ ਸਕੇ। ਇਜਾਜ਼ਤ ਦਿਓ, ਕੱਲ ਫਿਰ ਮਿਲਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।